ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਆਪਾਂ ਪਿਛਲੇ ਕੁਝ ਲੈਕਚਰਾਂ ਦੇ ਵਿੱਚ ਗਰੁੱਪ ਟੌਪਿਕ ਕਰ ਰਹੇ ਹਾਂ। ਅੱਜ ਵੀ ਇਹ ਗਰੁੱਪ ਟੌਪਿਕ ਦੇ ਉੱਪਰ ਬੇਸਡ ਆਪਾਂ ਨੇ ਥਿਊਰਮ ਕਰਨੀ ਹੈ। ਮੈਂ ਸਟੇਟਮੈਂਟ ਪੜ੍ਹ ਰਿਹਾ ਹੈਗਾ, ਤੁਸੀਂ ਵੀ ਦੇਖ ਲਓ ਸਟੇਟਮੈਂਟ। ਪ੍ਰੂਵ ਦੈਟ ਐਨੀ ਫਾਈਨਾਈਟ ਸੈਮੀ ਗਰੁੱਪ ਇਜ਼ ਅ ਗਰੁੱਪ if and only if both cancellation laws hold। ਆਪਾਂ ਨੂੰ ਦਿੱਤਾ ਕੀ ਹੋਇਆ ਇਹਦੇ ਵਿੱਚ, ਜੇ ਮੰਨ ਲਈ ਆਪਾਂ ਕਿ ਲੈਟ ਜੀ ਬੀ ਆ ਸੈਮੀ ਗਰੁੱਪ then G is a group, G group होएगा if and only if both cancellation laws holds। ਇਹ ਆਪਾਂ ਨੇ ਥਿਊਰਮ ਪ੍ਰੂਵ ਕਰਨੀ ਹੈਗੀ ਆ। ਇਹ ਤੁਹਾਨੂੰ ਧਿਆਨ ਦੇ ਵਿੱਚ ਹੋਊਗਾ ਜੀ, ਇਹ ਦੋ ਟਰਮਾਂ ਹੁੰਦੀਆਂ ਇਫ ਐਂਡ ਓਨਲੀ ਇਫ। ਇਫ ਪਾਰਟ ਕੀ ਹੋਊਗਾ ਆਪਣੇ ਕੋਲ, ਜੀ ਇਜ਼ ਅ ਗਰੁੱਪ ਇਫ ਬੋਥ ਕੈਂਸਲੇਸ਼ਨ ਲਾਜ਼ ਹੋਲਡ। ਜੇ ਦੋਨੇ ਕੈਂਸਲੇਸ਼ਨ ਲਾ ਹੋਲਡ ਕਰ ਰਹੇ ਹੈਗੇ ਨੇ ਤਾਂ ਜੀ ਗਰੁੱਪ ਬਣ ਜਾਏਗਾ। ਇਫ ਦੇ ਵਿੱਚ ਕੀ ਹੋਊਗਾ ਆਪਣੇ ਕੋਲ, ਇਹ ਗਿਵਨ ਹੋਊਗਾ ਤੇ ਇਹ ਪ੍ਰੂਵ ਕਰਨਾ ਆਪਣੇ। ਓਨਲੀ ਇਫ ਦੇ ਵਿੱਚ ਜੀ ਇਜ਼ ਅ ਗਰੁੱਪ, ਜੀ ਗਰੁੱਪ ਤਾਂ ਜੇ ਜੀ ਗਰੁੱਪ ਹੈ ਓਨਲੀ ਇਫ ਤਾਂ ਹੀ ਕੈਂਸਲੇਸ਼ਨ ਲਾ ਹੋਲਡ ਕਰ ਰਹੇ। ਓਨਲੀ ਇਫ ਮਤਲਬ ਜੇ ਜੀ ਇਜ਼ ਅ ਗਰੁੱਪ, ਜੀ ਗਰੁੱਪ ਹੈ ਤਾਂ ਹੀ ਬੋਥ ਕੈਂਸਲੇਸ਼ਨ ਲਾਜ਼ ਹੋਲਡ, ਦੋਨੇ ਕੈਂਸਲੇਸ਼ਨ ਲਾ ਹੋਲਡ ਕਰਨਗੇ। ਮਤਲਬ ਓਨਲੀ ਇਫ ਦੇ ਵਿੱਚ ਕੀ ਹੋਊਗਾ, ਪਹਿਲਾ ਪਾਰਟ ਗਿਵਨ ਆ, ਦੂਜਾ ਪਾਰਟ ਪ੍ਰੂਵ ਕਰਨਾ। ਇਹ ਛੋਟੀ ਕਲਾਸਾਂ 'ਚ ਆ ਚੁੱਕਿਆ ਕਨਸੈਪਟ। ਹੁਣ ਜੀ ਸੈਮੀ ਗਰੁੱਪ ਇਫ ਐਂਡ ਓਨਲੀ ਤਾਂ ਇਹਦੇ ਵਿੱਚ ਆ, ਇਹਨਾਂ ਦੋਨਾਂ ਦੇ ਵਿੱਚ ਆ। ਪਹਿਲਾਂ ਇਹਨੂੰ ਮੰਨ ਕੇ ਆਹ ਪ੍ਰੂਵ ਕਰਾਂਗੇ, ਓਨਲੀ ਇਫ ਪਾਰਟ ਹੋਊਗਾ। ਫਿਰ ਇਹਨੂੰ ਮੰਨ ਕੇ ਆਪਾਂ ਆਹ ਪ੍ਰੂਵ ਕਰਾਂਗੇ, ਇਫ ਪਾਰਟ ਕਹਾਂਗੇ ਆਪਾਂ। ਸ਼ਾਇਦ ਇਹ ਵੀ ਧਿਆਨ ਦੇ ਵਿੱਚ ਹੋਵੇ, ਓਨਲੀ ਇਫ ਨੂੰ ਆਪਾਂ ਕਿਹਾ ਸੀ ਨੈਸੈਸਰੀ ਕੰਡੀਸ਼ਨ ਅਤੇ ਇਫ ਸੀਗੀ ਆਪਣੇ ਕੋਲ ਸਫੀਸ਼ੀਐਂਟ ਕੰਡੀਸ਼ਨ। ਉਹ ਵਰਡ ਵੀ ਇੱਥੇ ਆ ਸਕਦੇ ਹੈਗੇ ਨੇ। ਚਲੋ ਆਹ ਮੰਨ ਕੇ ਆਹ ਪ੍ਰੂਵ ਕਰਨਾ, ਆਹ ਮੰਨ ਕੇ ਆਹ ਪ੍ਰੂਵ ਕਰਨਾ, ਦੋ ਪਾਰਟ ਪ੍ਰੂਵ ਕਰਨੇ ਆਪਾਂ ਥਿਊਰਮ ਦੇ ਵਿੱਚ। ਜਿਹੜਾ ਉੱਪਰਲਾ ਹੁੰਦਾ ਦੋਨਾਂ 'ਚ ਗਿਵਨ ਲੈਣਾ ਹੁੰਦਾ, ਜਿਹੜਾ ਉੱਪਰਲਾ ਪਾਰਟ ਹੁੰਦਾ ਹੈਗਾ ਇਹ ਆਪਾਂ ਦੋਨਾਂ ਦੇ ਵਿੱਚ ਗਿਵਨ ਮੰਨਣਾ ਹੁੰਦਾ। ਚਲੋ ਦੇਖੋ ਧਿਆਨ ਨਾਲ, ਥਿਊਰਮ ਸਟਾਰਟ ਕਰ ਰਹੇ ਹਾਂ ਆਪਾਂ, ਇੱਥੋਂ ਸਟਾਰਟ ਕਰ ਰਹੇ ਹਾਂ। ਲੈਟ ਜੀ ਬੀ ਆ ਸੈਮੀ ਗਰੁੱਪ। ਇੱਥੋਂ ਥਿਊਰਮ ਸਟਾਰਟ ਕੀਤੀ ਜੀ ਆਪਾਂ ਨੇ। ਜੀ ਸੈਮੀ ਗਰੁੱਪ ਪਹਿਲਾਂ ਕਰ ਰਹੇ ਹੈਗੇ ਆ ਆਪਾਂ ਓਨਲੀ ਇਫ ਪਾਰਟ। ਇਹ ਹੁਣ ਦੱਸਾਂਗੇ ਕਿ ਕਿਹੜਾ ਪਾਰਟ ਪਹਿਲਾਂ ਕਰ ਰਹੇ ਹਾਂ। ਓਨਲੀ ਇਫ ਪਾਰਟ ਕਰਾਂਗੇ ਆਪਾਂ ਪਹਿਲਾਂ, ਓਨਲੀ ਇਫ ਪਾਰਟ ਮਤਲਬ ਵੀ ਆਰ ਗਿਵਨ ਦੈਟ, ਆਪਾਂ ਲਿਖ ਲਈਦਾ ਹੁੰਦਾ ਵੀ ਆਰ ਗਿਵਨ ਦੈਟ, ਕਿ ਗਿਵਨ ਕੀ ਹੈ ਤੇ ਪ੍ਰੂਵ ਕੀ ਕਰਨਾ। ਵੀ ਆਰ ਗਿਵਨ ਦੈਟ ਜੀ ਇਜ਼ ਅ ਗਰੁੱਪ and we are to prove that both cancellation laws ਹੋਲਡ। ਇਹ ਪ੍ਰੂਵ ਕਰਨਾ ਕਿ ਦੋਨੇ ਕੈਂਸਲੇਸ਼ਨ ਲਾ ਹੋਲਡ ਕਰਦੇ ਹੈਗੇ। ਜੀ ਆਪਾਂ ਨੂੰ ਗਰੁੱਪ ਗਿਵਨ ਹੈ, ਦੋਨੇ ਕੈਂਸਲੇਸ਼ਨ ਲਾ ਆਪਾਂ ਹੋਲਡ ਕਰਵਾਉਣੇ ਹੈਗੇ। ਮਤਲਬ ਦੈਟ ਇਜ਼ ਕੀ ਪ੍ਰੂਵ ਕਰਨਾ ਆਪਾਂ ਨੇ, ਦੈਟ ਇਜ਼ ਇਫ ਏ ਬੀ ਬਿਲੋਂਗਸ ਟੂ ਜੀ ਐਂਡ ਏ ਬੀ ਇਕੁਅਲਸ ਟੂ ਏ ਸੀ। ਧਿਆਨ ਰੱਖਣਾ ਸਟਾਰ ਨਹੀਂ ਪਾ ਰਹੇ, ਪਹਿਲਾਂ ਦੱਸ ਚੁੱਕੇ ਹਾਂ ਆਪਾਂ। ਸਟਾਰ ਦੀ ਥਾਂ 'ਤੇ ਆਪਾਂ ਹਮੇਸ਼ਾ ਮਲਟੀਪਲ ਲਵਾਂਗੇ, ਆਪਾਂ ਹੁਣ ਲਿਖਣਾ ਸੌਖਾ ਰਹੇਗਾ। ਤਾਂ ਇੱਥੋਂ ਕੀ ਪ੍ਰੂਵ ਕਰਨਾ ਆਪਾਂ, ਲੈਫਟ ਕੈਂਸਲੇਸ਼ਨ ਲਾ ਬੀ ਇਕੁਅਲ ਸੀ, ਇਹ ਕੀ ਹੈਗਾ ਆਪਣੇ ਕੋਲ ਲੈਫਟ ਕੈਂਸਲੇਸ਼ਨ ਲਾ।
ਸੈਕਿੰਡ ਪਾਰਟ ਆਪਾਂ ਸ਼ੋ ਕਰਨਾ ਹੈਗਾ ਜੇ BA ਇਕੁਅਲ ਟੂ CA ਹੈਗਾ ਦਿਸ ਇੰਪਲਾਈਜ਼ B ਇਕੁਅਲ ਟੂ C। ਇਹ ਹੈਗਾ ਰਾਈਟ ਕੈਂਸਲੇਸ਼ਨ ਲਾਅ। ਇਹ ਹੈਗਾ ਰਾਈਟ ਕੈਂਸਲੇਸ਼ਨ ਲਾਅ। ਹੁਣ ਇਹ ਆਪਾਂ ਨੇ ਇਹ ਵਾਲਾ ਪਾਰਟ ਮੈਂ ਸਕਿਪ ਕਰ ਰਿਹਾ ਹੈਗਾ ਕਿਉਂਕਿ ਇਹ ਥਿਊਰਮ ਆਪਾਂ ਕਰ ਚੁੱਕੇ ਹਾਂ ਪਿੱਛੇ ਆਪਾਂ, ਅਤੇ ਥਿਊਰਮ ਕਿਹੜੀ ਕੀਤੀ ਹੈਗੀ ਉਹ ਸਟੇਟਮੈਂਟ ਤੁਸੀਂ ਦੇਖ ਲਿਓ। ਅਤੇ ਉਹ ਸਟੇਟਮੈਂਟ ਦੇ ਵਿੱਚ ਦੇਖੋਗੇ ਉੱਥੇ ਸਟਾਰ ਪਾਇਆ ਸੀ ਆਪਾਂ ਨੇ। ਹੁਣ ਜੋ ਤੁਸੀਂ ਇੱਥੇ ਪ੍ਰੂਵ ਕਰੋਗੇ ਸਟਾਰ ਨਾ ਪਾਈਓ, ਬਾਕੀ ਸਾਰਾ ਪ੍ਰੂਫ ਉਵੇਂ ਹੈ ਕਿ A ਇਨਵਰਸ ਨਾਲ ਪ੍ਰੀ ਮਲਟੀਪਲਾਈ ਕਰਾਂਗੇ ਫਿਰ A ਇਨਵਰਸ A ਬਣ ਜਾਏਗਾ, ਸਾਰਾ ਬਾਕੀ ਕੰਸੈਪਟ ਉਹੀ ਹੈ। ਤੁਸੀਂ ਇੱਕ ਪ੍ਰੂਵ ਕਰਨਾ ਜੇ ਪਹਿਲਾਂ ਇੱਕ ਪ੍ਰੂਵ ਕੀਤਾ ਸੀ, ਇੱਕ ਪ੍ਰੂਵ ਕਰਕੇ ਦੂਜਾ ਸਿਮਿਲਰਲੀ ਕਹਿ ਦਾਂਗੇ। ਇਹ ਵਾਲਾ ਪਾਰਟ ਮੈਂ ਛੱਡ ਰਿਹਾ ਹੈਗਾ ਤੁਹਾਡੇ ਵਾਸਤੇ, ਤੁਸੀਂ ਕੰਪਲੀਟ ਕਰ ਲਿਓ ਆਪਣੇ ਆਪ, ਕਿਉਂਕਿ ਜਿਹੜਾ ਸੈਕਿੰਡ ਪਾਰਟ ਹੈਗਾ ਹੈ ਤਾਂ ਸੌਖਾ ਹੀ ਹੈ ਸੈਕਿੰਡ ਪਾਰਟ, ਉਹਦੇ ਉੱਪਰ ਟਾਈਮ ਵੱਧ ਲੱਗੇਗਾ ਥੋੜ੍ਹਾ ਜਿਹਾ। ਆਪਾਂ ਟਾਈਮ ਵੱਧ ਤਾਂ ਲੱਗੇਗਾ ਬਿਕੋਜ਼ ਉਹਦੇ ਵਿੱਚ ਸੈੱਟ ਥਿਊਰੀ ਦੇ ਕੁਝ ਕੰਸੈਪਟ ਨੇ, ਸੈੱਟ ਥਿਊਰੀ ਦੇ ਕੁਝ ਕੰਸੈਪਟ ਨੇ, ਉਹ ਕੰਸੈਪਟ ਤੁਹਾਨੂੰ ਦੱਸਣੇ ਹੈਗੇ ਨੇ ਫਿਰ, ਕਿਉਂਕਿ ਜੇ ਇਹ ਕਰਵਾਉਣ ਲੱਗੇ ਲੈਕਚਰ ਲੰਬਾ ਹੋ ਜਾਏਗਾ ਕਾਫੀ, ਇਸ ਕਰਕੇ ਇਹ ਵਾਲਾ ਪਾਰਟ ਤੁਹਾਨੂੰ ਛੱਡ ਰਿਹਾ ਹੈ, ਉਸੇ ਆਪ ਕੰਪਲੀਟ ਕਰ ਲਿਓ। ਠੀਕ ਹੈ, ਅੱਗੇ ਕੰਪਲੀਟ ਕਰ ਲਿਓ। ਇਸ ਤੋਂ ਬਾਅਦ ਅੱਗੇ ਕਰ ਰਹੇ ਹਾਂ ਆਪਾਂ ਇਸ ਤੋਂ ਬਾਅਦ ਇਫ ਪਾਰਟ। ਜਿਹੜਾ ਆਪਾਂ ਇਫ ਪਾਰਟ ਕਰਨਾ ਹੈਗਾ ਉਹਦੇ ਵਿੱਚ ਸੈੱਟ ਥਿਊਰੀ ਦੇ ਕੁਝ ਕੰਸੈਪਟ ਆਉਣਗੇ, ਉਹ ਸਮਝਾਉਣੇ ਆ ਨਾਲ ਨੂੰ, ਕਿਉਂਕਿ ਇਹ ਗਰੁੱਪ ਦੇ ਵਿੱਚ ਗਰੁੱਪ ਸਬ ਗਰੁੱਪ ਦੇ ਵਿੱਚ ਪੁਰਾਣੀ ਕਲਾਸਾਂ ਦੇ ਕੰਸੈਪਟ ਕਾਫੀ ਆਉਣਗੇ। ਜਿਵੇਂ ਜਿਵੇਂ ਕੰਸੈਪਟ ਆਈ ਜਾਣਗੇ ਆਪਾਂ ਉਵੇਂ ਕਰੀ ਜਾਵਾਂਗੇ, ਤੁਸੀਂ ਪ੍ਰੋਪਰ ਨੋਟ ਕਰੀ ਜਾਈਓ। ਇਫ ਪਾਰਟ ਕਰ ਰਹੇ ਹਾਂ ਆਪਾਂ ਇਸ ਤੋਂ ਬਾਅਦ। ਇਫ ਪਾਰਟ 'ਚ ਆਪਾਂ ਨੂੰ ਗਿਵਨ ਸੀਗਾ ਵੀ ਆਰ ਗਿਵਨ ਦੈਟ both cancellation laws hold। ਦੋਨੇ ਕੈਂਸਲੇਸ਼ਨ ਲਾ ਹੋਲਡ ਕਰਦੇ ਹੈਗੇ ਨੇ ਐਂਡ we are to prove that G is a group। ਧਿਆਨ ਰੱਖੋ G ਸੈਮੀ ਗਰੁੱਪ ਦਾ ਗਿਵਨ ਆਪਾਂ ਨੂੰ, ਉਹ ਤਾਂ ਗਿਵਨ ਹੀ ਆ, ਦੋਨੇ ਕੇਸ ਗਿਵਨ ਆ। ਤਾਂ ਹੁਣ ਇੱਥੋਂ ਸਟਾਰਟ ਚੱਲੀ ਜਾ ਰਿਹਾ ਆਲਸੋ G is a ਸੈਮੀ ਗਰੁੱਪ। ਹੁਣ ਆਪਾਂ ਦੇਖਣਾ ਹੈਗਾ G ਸੈਮੀ ਗਰੁੱਪ ਆ। ਸੈਮੀ ਗਰੁੱਪ ਕਿਹੜਾ ਹੁੰਦਾ ਹੈਗਾ ਜਿਹਦੇ ਵਿੱਚ ਕਲੋਜ਼ਰ ਪ੍ਰੋਪਰਟੀ ਹੋਲਡ ਕਰਦੀ ਹੁੰਦੀ ਹੈਗੀ ਹੈ, ਐਸੋਸੀਏਟਿਵ ਪ੍ਰੋਪਰਟੀ ਹੋਲਡ ਕਰਦੀ ਹੁੰਦੀ ਹੈ। ਹੁਣ G ਸੈਮੀ ਗਰੁੱਪ ਹੈਗਾ, ਸੈਮੀ ਗਰੁੱਪ ਨੂੰ ਗਰੁੱਪ ਕਿੱਦਾਂ ਬਣਾਵਾਂਗੇ? ਦੋ ਪ੍ਰੋਪਰਟੀਆਂ ਹੋਰ ਐਕਸਟਰਾ ਪ੍ਰੂਵ ਕਰਨੀਆਂ ਪੈਣਗੀਆਂ ਆਪਾਂ ਨੂੰ। ਜਿਵੇਂ ਆਪਾਂ ਲਾਸਟ ਥਿਊਰਮ ਕੀਤੀ ਸੀਗੀ ਜੀ, ਉਹਦੇ ਵਿੱਚ ਕੀ ਸੀਗਾ ਆਪਣੇ, ਇੱਕ ਤਾਂ ਆਪਾਂ ਆਇਡੈਂਟੀਟੀ ਐਲੀਮੈਂਟ ਐਗਜ਼ਿਸਟ ਕਰਾਉਣਾ ਹੈਗਾ, ਇੱਕ ਆਪਾਂ ਇਨਵਰਸ ਐਲੀਮੈਂਟ ਐਗਜ਼ਿਸਟ ਕਰਾਉਣਾ ਹੈਗਾ। ਕਲੋਜ਼ਰ ਪ੍ਰੋਪਰਟੀ, ਐਸੋਸੀਏਟਿਵ ਪ੍ਰੋਪਰਟੀ, ਇਨਵਰਸ ਐਲੀਮੈਂਟ, ਆਇਡੈਂਟੀਟੀ ਐਲੀਮੈਂਟ, ਇਨਵਰਸ ਐਲੀਮੈਂਟ, ਜੇ ਚਾਰੇ ਨਿਕਲ ਗਏ ਫਿਰ G ਜਿਹੜਾ ਹੈਗਾ ਉਹ ਗਰੁੱਪ ਬਣ ਜਾਏਗਾ। ਪਰ ਇੱਕ ਹੋਰ ਚੀਜ਼ ਕੀਤੀ ਆਪਾਂ ਨੇ, ਲਾਸਟ ਉਹਦੀ ਸਟੇਟਮੈਂਟ ਕੀ ਸੀਗੀ ਤੁਸੀਂ ਦੇਖ ਲਓ। ਲਾਸਟ ਥਿਊਰਮ ਦੀ ਸਟੇਟਮੈਂਟ ਸੀਗੀ ਆਪਣੇ ਕੋਲ, ਸਟੇਟਮੈਂਟ ਯਾਦ ਰੱਖਣੀ ਹੈ। ਉਹਦੇ 'ਚ ਕੀ ਸੀਗਾ? G ਗਰੁੱਪ ਸੀਗਾ, ਸਟੇਟਮੈਂਟ ਤੁਸੀਂ ਦੇਖ ਲਿਓ। G ਗਰੁੱਪ ਸੀਗਾ, G ਸੈਮੀ ਗਰੁੱਪ ਸੀ ਆਪਣੇ ਕੋਲ। ਅਤੇ ਸੈਮੀ ਗਰੁੱਪ ਨੂੰ ਆਪਾਂ ਗਰੁੱਪ ਕਿੱਦਾਂ ਪ੍ਰੂਵ ਕੀਤਾ ਸੀਗਾ? ਉਹਦੇ ਵਿੱਚ ਸੈਮੀ ਗਰੁੱਪ ਦੇ ਵਿੱਚ ਦੋ ਇਕੁਏਸ਼ਨਾਂ ਸੀਗੀਆਂ, ਇੱਕ ਸੀਗੀ AX, ਸੋ ਦੇਖ ਲਓ, ਇੱਕ ਸੀਗੀ AX ਇਕੁਅਲ ਟੂ B, ਇੱਕ ਸੀਗੀ YA ਇਕੁਅਲ ਟੂ B। ਅਗਰ ਇਹਨਾਂ ਦੋਨਾਂ ਦਾ ਫॉर ऑल AB ਬਿਲੋਂਗਸ ਟੂ G ਵਾਸਤੇ ਇਹ ਦੋ ਇਕੁਏਸ਼ਨ ਦਾ ਆਨਸਰ ਯੂਨੀਕ ਆ ਰਿਹਾ, ਯੂਨੀਕ ਸੋਲਿਊਸ਼ਨ ਆ, ਅਤੇ G ਵਿੱਚ ਆ ਰਿਹਾ ਇਨ G। ਅਤੇ G ਕੀ ਹੈਗਾ ਆਪਣੇ ਕੋਲ? ਸੈਮੀ ਗਰੁੱਪ। ਇਹ ਥਿਊਰਮ ਆਪਾਂ ਪਿਛਲੇ ਲੈਕਚਰ 'ਚ ਪ੍ਰੂਵ ਕੀਤੀ ਸੀਗੀ ਜੀ, ਪਿਛਲੇ ਲੈਕਚਰ ਦੇ ਵਿੱਚ। G ਸੈਮੀ ਗਰੁੱਪ ਆ। ਇਹ ਦੋ ਇਕੁਏਸ਼ਨਾਂ ਦੇ ਵਿੱਚ ਫॉर ऑल AB ਬਿਲੋਂਗਸ ਟੂ G ਵਾਸਤੇ ਇਹ ਦੋਨੇ ਇਕੁਏਸ਼ਨ ਦਾ ਆਨਸਰ ਯੂਨੀਕ ਆ ਰਿਹਾ ਹੈਗਾ ਅਤੇ G 'ਚ ਆ ਰਿਹਾ ਆਨਸਰ। ਤਾਂ ਇਹ ਸਾਰਾ ਓਵਰਆਲ ਕੀ ਪ੍ਰੂਵ ਕੀਤਾ ਸੀ ਆਪਾਂ ਨੇ? ਇਹ ਗਰੁੱਪ ਬਣਿਆ ਸੀ, ਇਹਨੂੰ ਆਪਣੇ ਗਰੁੱਪ ਸ਼ੋਅ ਕੀਤਾ ਸੀ।
ਸੈਮੀ ਗਰੁੱਪ ਹੋਵੇ ਤੇ ਆਹ ਦੋ ਇਕੁਏਸ਼ਨਾਂ ਦਾ ਫॉर ऑल ए बी बिलोंग्स टू जी ਵਾਸਤੇ ਆਨਸਰ ਯੂਨੀਕ ਆਵੇ ਜੀ ਚ ਆਵੇ। ਫਿਰ ਆਪਾਂ ਕਿਹਾ ਸੀਗਾ ਕਿ ਇਹ ਸੈਮੀ ਗਰੁੱਪ ਜਿਹੜਾ ਹੈਗਾ ਇਹ ਗਰੁੱਪ ਬਣ ਜਾਏਗਾ। ਇਹ ਵਾਲਾ ਕਨਸੈਪਟ ਆਪਾਂ ਚਲਾਵਾਂਗੇ। ਉਹ ਲਾਉਣਾ ਕਿਵੇਂ ਆ ਉਹ ਦੇਖਦੇ ਹਾਂ ਆਪਾਂ। तो जी अपन गिवन है कि जी सैमी ग्रुप हैगा, ये दिता है अपन। देयरफॉर इसका मतलब की हो गया क्लोजर प्रॉपर्टी एंड एसोसिएटिव प्रॉपर्टी। ये होल्ड कर दें दोने, ये दोने होल्ड करनगे अपन गिवन। चलो एक होर गल ये गिवन अपन स्टेटमेंट के जो जी हैगा अपने को वो फाइनाइट आ एंड जी इज़ फाइनाइट। फाइनाइट वो होंदा है जिहदे आप एलीमेंट काउंट कर सकते हैं, मतलब कि इनफिनिटी एलीमेंट्स नहीं है 2 3 4 5 10 12 100 एलीमेंट ने 1000 एलीमेंट ने, एलीमेंट फाइनाइट ने आप गिन सकते हैं, इनफिनिट एलीमेंट्स नहीं है। तो लैट कर लिया आप, लैट जी इक्वल्स टू A1 A2 A3 अप टू सोन। जे अप टू सोन पा देवांगे ब्रैकेट बंद कर देवांगे तो इनफाइनाइट एलीमेंट हो गए। अब फाइनाइट लैने हैं, जे फाइनाइट एलीमेंट्स लैने हैं तो इतना अपन ए एन ते रोक लिया, ये ले लिया अपन बी एनी नाल लिख भी दिने आप बी एनी फाइनाइट सैमी ग्रुप, फाइनाइट सैमी ग्रुप। ये कोई फाइनाइट सैमी ग्रुप आ। इस तो बाद जो लैट कर देखी जाओ फिलहाल स्टैप किवें बननगे समझ आ जाएगा। लैट ले लिया आप ए बिलोंग्स टू जी ले लिया, ए कोई भी एलीमेंट लिया आप जी विचों, ए अपना कोई भी एलीमेंट आ जी विचों, मतलब A1 हो सकता, A2 हो सकता, A3 हो सकता हैगा, AN कोई भी एलीमेंट है उन्होंने अपने बस ए ले लिया। जिमें अपने को इदा होंदा हैगा कोई सैट आ मान लो ए च 1 2 3 आ रहा, आप कहता कि X बिलोंग्स टू A आ, X कोई भी आप ए चो लेना है, मतलब कि बन गया X। हुण ऐ नहीं है कि एक्स तो है ही नहीं ये कि एक्स आप ए चो कितना मान लिया। तुसी कहोगे कि ए तो ये है ही नहीं, आप ए कहते मन्निया मतलब कि जिवें उन्हें कहा कि लैट एक्स बिलोंग्स टू ए, मतलब कि एक्स ए विचों आप कोई भी एलीमेंट एक्स लिया, एक्स उरे 1 भी हो सकता, 2 भी हो सकता, 3 भी हो सकता, कोई वैल्यू जी हैगी आप ए चों लई है, मतलब ये है। तो देखी जाओ फिलहाल देयरफॉर जो एक होर लैट किया, ये सारे एलीमेंट्स आप सारे एलीमेंट्स ए ना मल्टीप्लाई करता, पोस्ट मल्टीप्लाई पिछे मल्टीप्लाई किया, उस सैट का नाम एस ले लिया। फिलहाल देखी जाओ स्टैप कितना बननगे। पोस्ट मल्टीप्लाई करना हैगा A1 A A2 A A3 A अप टू सो ऑन AN A, ये पोस्ट मल्टीप्लाई कर लिया अपन। नाउ हुण अगे सैट थ्योरी के कंसैप्ट थोड़े यूज होणगे, कुछ नवे कंसैप्ट भी आएंगे, वो ध्यान रखियो। नाउ हुण देखो ये विच एस इज़ सबसैट ऑफ जी होगा, ये देखो ठीक है, मतलब जिहड़े एस दे एलीमेंट सबसैट का मतलब की होंदा ए सबसैट ऑफ बी आप पहला भी किया सी, जे ए दे एलीमेंट सारे बी च होणगे, जदों ए दे एलीमेंट सारे बी विच होण तां ए सबसैट ऑफ बी होगा। हुण तुहानूं ये गल कह रहे हैं कि जिहड़े एस दे एलीमेंट ने, एक आ वाला एलीमेंट आ, एक आ वाला एलीमेंट आ, एक आह वाला एलीमेंट आ, एक आह वाला एलीमेंट आ, ये सारे जी च होणगे, ये सारे एलीमेंट जिहड़े एस दे ने वो जी च होणगे। ਹੁਣ ਦੇਖਣ ਦਾ ਕੁਛ ਹੋਰ ਲੱਗੀ ਜਾਂਦਾ ਹੈਗਾ, ਇੱਦਾਂ ਕਿਵੇਂ ਜੀ ਦੇ ਵਿੱਚ ਆ ਜਾਏਗਾ, ਕਿਉਂਕਿ ਇਹ 'ਚ ਆਪਾਂ ਐਕਸਟਰਾ ਐਲੀਮੈਂਟ, ਇਹ ਨਾਲ ਐਕਸਟਰਾ ਐਲੀਮੈਂਟ ਪਾਇਆ ਆਪਾਂ ਨੇ।
ये मल्टीप्लाई करके जोड़ा आंसर आऊगा वो चैक करना जी चाह रहा ਆਪਾਂ ਨੂੰ देखने तो ऐ लग रहा है कि ਇਹਦਾ दो एलीमेंट मल्टीप्लाई कितने सिंगल एलीमेंट है ये बराबर किमें हो जाऊगा। चलो ये हुणी देखांगे आप इदां नहीं कह रहे कि ये एलीमेंट ये बराबर होगा, बराबर नहीं कह रहे। आप ये कह रहे हैं कि एस के जिन्ने भी एलीमेंट्स ने वो सारे जी च होंगे। जी च मतलब ये एलीमेंट ये बराबर आ सकता, किसी भी बराबर हो सकता जेरे विच आऊगा। वो देखो किवें जे गौर नाल देखिए आप A1 किहदे विच आ रहा है, मैं साइड ते पा रहा जिहड़ा A1 ते A आ ये दोनों जी च नहीं है। ए भी आप जी च मन्निया, A1 तो दिख रहा अपन जी च हैगा। जे ये दोनों एलीमेंट जी च ने तो जी की आ सैमी ग्रुप। सैमी ग्रुप की हैगा मतलब ये क्लोजर प्रॉपर्टी भी होल्ड करेगी, एसोसिएटिव प्रॉपर्टी भी होल्ड करेगी। तो बाय क्लोजर प्रॉपर्टी इन्हों दोनों की जी मल्टीप्लीकेशन हैगी आ कि वो जी च नहीं आऊगी। बाय क्लोजर प्रॉपर्टी इन्हों दोनों मल्टीप्लीकेशन जी च आएगी तो ये एलीमेंट की जी का लिखे ही अपने तो यदि मल्टीप्लीकेशन कि आ गई जी च, ये जी शो करता आप जी च आ गया। हुण ये नहीं पता कि बराबर होगा पर जी दे विच तां आ गया। तो इस तो बाद एक गल थोड़ी ध्यान रखनी है, जिवें थोड़े दिमाग कन्फ्यूज हो रहे होंगे कि ये दो एलीमेंट ने, ये दो एलीमेंट ये तक सिंगल एलीमेंट ने, ये प्रोडक्ट है जी। प्रोडक्ट करके सिंगल एलीमेंट बन जाएगा, प्रोडक्ट करके सिंगल एलीमेंट बन जाएगा। जिवें छोटी एग्जाम्पल हो ले रहे आप समझाने वास्ते, जिवें पिछे किया सी आपां जिवें 1 ओमेगा ओमेगा स्केयर, 1 ओमेगा ओमेगा स्केयर, इन्हां सारिਆਂ तुसीं ओमेगा नाल मल्टीप्लाई कर दो, मतलब 1 इंटू ओमेगा ओमेगा इंटू ओमेगा ओमेगा स्केयर इंटू ओमेगा, ये सारा ओमेगा नाल मल्टीप्लाई करता कि आ सारे एलीमेंट ये नहीं होणगे। ये होणगे एलीमेंट आपको देखो दो लगी जाते पर मल्टीप्लाई तो करो। जे मल्टीप्लाई करांगे सिंगल बन जाएगा एलीमेंट। जे मल्टीप्लाई किया कि आऊगा ओमेगा, ओमेगा हैगा ये जी। इनू मल्टीप्लाई किया कि आ गया ओमेगा स्केयर भी ये हैगा। इनू मल्टीप्लाई किया ओमेगा क्यूब भी ये 1 होंदा ओमेगा क्यूब वो भी ये हैगा। मतलब कि मल्टीप्लाई हो के सिंगल टर्म बन जाएगी तो विच होगा वो। चलो ए शो करता ये आ रहा। हुण ए भी दोनों एलीमेंट देखो गौर नाल, A2 किहदे विच आ रहा जी च आ रहा, ए भी किहदे विच आ रहा जी च आ रहा। जे दोनों एलीमेंट जी दे ने तो मल्टीप्लीकेशन जी दे विच आएगी बाय क्लोजर प्रॉपर्टी। तो सारे एलीमेंट पक्का जी च होणगे। सारे एलीमेंट जी दे विच होणगे तो आप कह सकते कि एस सबसेट ऑफ जी। ये क्यों कह रहे हैं आप कि सारे एलीमेंट जी विच होणगे बाय क्लोजर प्रॉपर्टी। बस नहीं बहुत आ, उरा लिख दो बाय क्लोजर प्रॉपर्टी, बाय क्लोजर प्रॉपर्टी। ये तुहाडी मर्जी आ, तुसीं नाल मैंशन कर दोगे तो भी ठीक है। वैसे अपने याद वास्ते नाल मैंशन कर लियो, बाकी जे लिख दोगे तो भी तुहाडी मर्जी, गलत नहीं हैगा। हुण आपां जाना कितने पासे आ, आपने ये शो करना हैगा ए एस ते जी बराबर ने। ये क्यों शो करना हैगा आप अगे करांगे, लग जाओ पता सारा। फिलहाल देखना कि शो करना आपने ये शो किमें होगा, ये क्यों करना आप शो आप अगे देखांगे। ये शो किमें होगा कि दोनों इक्वल ने। दो सैट बराबर कदों होंदे ने, काफ़ी तरीके ने ये वास्ते। जिहड़ा आप तरीका करन लगे हैगे आ सैट थ्योरी का कंसैप्ट है कि दो सैट बराबर कदों होणगे। तरीके काफ़ी ने जी, जिमें जिमें तरीके आई जाणगे आप उवें उवें करी जावांगे। फिलहाल फस्ट तरीका हैगा, ये नोट पा लियो, ये मैं साइड ते करवा ना, उपरों मटे देना, इन्हूं मटे दी। ये नोट पा लियो। हुण ये कंसैप्ट ने छोटी क्लास वाले, ये तुहानूं आने चाहिए ने, यूज़ काफ़ी होणगे ग्रुप दे विच, ये काफ़ी यूज़ होणगे। हुण दो सैट आप किवें बराबर करने, A इक्वल टू B आपने किदां प्रूव करना हैगा कि ये बराबर होणगे। ਤਾਂ ਪਹਿਲਾਂ ਤੁਸੀਂ ਜਿਹੜਾ ਫਸਟ ਕੰਸੈਪਟ ਆ ਉਹੀ ਕਰਵਾ ਰਿਹਾ ਜਿਹੜਾ ਯੂਜ਼ ਹੋਊਗਾ। ਬਾਕੀ ਹੋਰ ਕੰਸੈਪਟ ਜਿਵੇਂ ਜਿਵੇਂ ਆਉਣਗੇ ਆਪਾਂ ਉਵੇਂ ਉਵੇਂ ਕਰਾਂਗੇ। ਪਹਿਲਾ ਪਾਰਟ ਹੈਗਾ, ਪਹਿਲਾਂ ਤੁਸੀਂ A ਸਬਸੈਟ ਆਫ B ਸ਼ੋ ਕਰ ਦਿਓ। A ਸਬਸੈਟ ਆਫ B ਇਹ ਨਾ ਗੱਲ ਧਿਆਨ ਰੱਖਣੀ ਆ
ਕਈ ਬੁੱਕ ਦੇ ਵਿੱਚ ਸਬਸੈਟ ਇੱਦਾਂ ਪਾਉਂਦੇ ਨੇ ਅਤੇ ਕਈ ਇੱਦਾਂ ਪਾਉਂਦੇ ਨੇ। ਵੈਸੇ ਤਰੀਕਾ ਜ਼ਿਆਦਾ ਵਧੀਆ ਆਹ ਹੁੰਦਾ ਹੈਗਾ, ਪਰ ਹੁਣ ਦੋਨੇ ਤਰੀਕੇ ਅਡੋਪਟ ਕੀਤੇ ਹੋਏ ਨੇ, ਯੂਜ਼ ਕਰਦੇ ਨੇ। ਤਰੀਕਾ ਵੈਸੇ ਵਧੀਆ ਆਹ ਵਾਲਾ ਹੁੰਦਾ, ਪਰ ਹੁਣ ਦੋਨੇ ਤਰੀਕੇ ਅਡੋਪਟ ਕਰਦੇ ਹੈਗੇ ਨੇ, ਇਸ ਕਰਕੇ ਦੋਨੇ ਠੀਕ ਨੇ ਹੁਣ ਤਾਂ। ਸੋ ਮੈਂ ਵੈਸੇ ਆਹੀ ਯੂਜ਼ ਕਰੂੰਗਾ। ਪਹਿਲਾ ਪਾਰਟ ਹੈਗਾ, ਪਹਿਲਾਂ ਆਪਾਂ ਸ਼ੋਅ ਕਰਾਂਗੇ A ਸਬਸੈਟ ਆਫ B ਹੈ। ਜੇ A ਸਬਸੈਟ ਆਫ B ਹੋਵੇ ਮਤਲਬ A ਦੇ ਐਲੀਮੈਂਟ ਸਾਰੇ B 'ਚ ਆ ਰਹੇ ਨੇ ਮੰਨ ਲਓ। ਦੂਜਾ ਨੰਬਰ ਆਫ ਐਲੀਮੈਂਟਸ ਇਨ A, ਇਹ ਸਿੰਪਲ ਹੁੰਦਾ ਕਿ ਨੰਬਰ ਆਫ ਐਲੀਮੈਂਟਸ ਇਨ A ਅਤੇ ਨੰਬਰ ਆਫ ਐਲੀਮੈਂਟਸ ਇਨ B ਬਰਾਬਰ ਕਰ ਦਿਓ ਸ਼ੋ। ਜੇ A ਦੇ ਐਲੀਮੈਂਟ ਸਾਰੇ B 'ਚ ਨੇ ਅਤੇ ਜਿੰਨੇ A ਵਿੱਚ ਐਲੀਮੈਂਟ ਨੇ ਓਨੇ ਹੀ B ਵਿੱਚ ਐਲੀਮੈਂਟ ਨੇ, ਦੈਨ ਸੈੱਟ ਬਰਾਬਰ ਹੋ ਜਾਣਗੇ। A ਇਕੁਅਲਸ ਟੂ B ਹੋ ਜਾਊਗਾ। ਸ਼ਾਇਦ ਥੋੜ੍ਹੇ ਦਿਮਾਗ 'ਚ ਗੱਲ ਆ ਰਹੀ ਹੋਵੇ, ਬੈਠ ਗਈ ਹੋਵੇ। ਜਿਵੇਂ A ਆਪਣੇ ਕੋਲ 1 2 3 ਆ, B ਕਿੰਨਾ ਹੈਗਾ ਜੀ 1 2 3 4। ਗੌਰ ਨਾਲ ਦੇਖੋ ਇਹਦੇ ਵਿੱਚ, ਜੇ A ਸਬਸੈਟ ਆਫ B ਆ, ਕਿਉਂ ਆ? ਬਿਕੋਜ਼ A ਦੇ ਐਲੀਮੈਂਟ ਸਾਰੇ ਕਿਹਦੇ ਵਿੱਚ ਪਏ ਨੇ? B 'ਚ ਪਏ ਨੇ। ਜੇ A ਦੇ ਐਲੀਮੈਂਟ ਸਾਰੇ B ਵਿੱਚ ਪਏ ਹੈਗੇ ਨੇ ਤਾਂ ਆਪਾਂ A ਸਬਸੈਟ ਆਫ B ਕਰਤਾ। ਪਰ ਜਿੰਨੇ A 'ਚ ਐਲੀਮੈਂਟ ਨੇ ਕਿ ਉਹਨੇ B 'ਚ ਹੈਗੇ ਨੇ ਐਲੀਮੈਂਟ। A 'ਚ 3 ਐਲੀਮੈਂਟ ਨੇ, B 'ਚ ਕਿੰਨੇ ਨੇ? 4। ਬਰਾਬਰ ਨਹੀਂ ਹੈਗੇ। ਪਰ ਜੇ ਬਰਾਬਰ ਹੋਣ ਨੰਬਰ ਆਫ ਐਲੀਮੈਂਟਸ, ਫੇਰ ਮਤਲਬ ਨੰਬਰ ਆਫ ਐਲੀਮੈਂਟਸ ਇਨ A ਇਕੁਅਲਸ ਟੂ ਨੰਬਰ ਆਫ ਐਲੀਮੈਂਟਸ ਇਨ B ਇਕੁਅਲ ਟੂ 3। 3 ਐਲੀਮੈਂਟ ਨੇ ਦੋਨਾਂ ਵਿੱਚ, ਤਾਂ ਆਪਾਂ ਸਿੱਧਾ ਕਹਿ ਸਕਦੇ ਹਾਂ ਕਿ ਇਹਦੇ ਐਲੀਮੈਂਟ ਸਾਰੇ ਇਹਦੇ ਵਿੱਚ ਪਏ ਨੇ, ਨੰਬਰ ਆਫ ਐਲੀਮੈਂਟਸ ਬਰਾਬਰ ਨੇ, ਤਾਂ ਆਪਾਂ ਕਹਾਂਗੇ A ਤੇ B ਸੈੱਟ ਕੀ ਨੇ? ਆਪਸ 'ਚ ਬਰਾਬਰ ਨੇ। ਇਹ ਨੰਬਰਿੰਗ 1 ਪਾ ਲਓ। ਹੁਣ ਪਿੱਛੇ ਆਉਂਦੇ ਫਟਾਫਟ, ਆਪਾਂ ਦੇਖੋ ਇਹ ਕੰਸੈਪਟ ਸੀਗਾ, ਇਹ ਨੋਟ ਕਰ ਲਿਓ। ਜੇ S ਸਬਸੈਟ ਆਫ G ਆ, ਦੇਖਿਓ ਅਜੇ ਕਾਫੀ ਕੰਸੈਪਟ ਇਹਦੇ ਵਿੱਚ ਆਉਣਗੇ। S ਸਬਸੈਟ ਆਫ G ਆ ਅਤੇ ਜਿੰਨੇ S ਵਿੱਚ ਐਲੀਮੈਂਟਸ ਨੇ ਓਨੇ ਹੀ G ਵਿੱਚ ਹੋਣ ਐਲੀਮੈਂਟ ਬਰਾਬਰ ਹੋਣ। S ਸਬਸੈਟ ਆਫ G ਆ, ਤਾਂ ਆਪਾਂ ਕਹਿ ਸਕਦੇ ਹਾਂ S ਸਬਸੈਟ ਆਫ G ਆ, ਤਾਂ ਆਪਾਂ ਕਹਾਂਗੇ ਕਿ S ਇਕੁਅਲ ਟੂ G ਹੋ ਜਾਏਗਾ। ਇਹ ਦੋ ਗੱਲਾਂ ਦੇਖ ਕੇ ਆਪਾਂ S ਇਕੁਅਲ G ਕਰਨਾ। ਮਤਲਬ S ਇਕੁਅਲ G ਕਿਉਂ ਕਰਨਾ ਹੈਗਾ ਉਹ ਬਾਅਦ ਦੀ ਗੱਲ ਆ। ਜੇ ਆਹ ਦੋ ਗੱਲਾਂ ਬਰਾਬਰ ਹੋ ਜਾਣ ਤਾਂ ਆਪਾਂ ਕਹਾਂਗੇ ਸੈੱਟ ਬਰਾਬਰ ਨੇ। ਹੁਣ ਇਹਦੇ ਵਿੱਚ S ਇਕੁਅਲ ਟੂ G ਕਰਨ ਵਾਸਤੇ ਆਹ ਤਾਂ ਸ਼ੋਅ ਕਰਤਾ ਆਪਾਂ ਨੇ, ਬਸ ਆਹ ਰਹਿ ਗਿਆ। ਜਿੰਨੇ S ਵਿੱਚ ਐਲੀਮੈਂਟ ਨੇ ਓਨੇ ਹੀ G ਵਿੱਚ ਐਲੀਮੈਂਟ ਹੋਣ ਤਾਂ ਬਰਾਬਰ ਆ ਜਾਣਗੇ। ਗੌਰ ਨਾਲ ਦੇਖੋ ਜੀ, S ਵਿੱਚ ਐਲੀਮੈਂਟ ਕਿੰਨੇ ਨੇ? G ਵਿੱਚ ਐਲੀਮੈਂਟ ਕਿੰਨੇ ਮੰਨਣੇ ਆਪਾਂ ਨੇ ਜੀ? 1 2 3 N ਤੱਕ ਮੰਨਣੇ। ਤਾਂ S ਵਿੱਚ ਐਲੀਮੈਂਟ ਕਿੰਨੇ ਹੋਣਗੇ? ਇੱਕ ਐਲੀਮੈਂਟ ਬਣ ਗਿਆ ਮਲਟੀਪਲਾਈ ਕਰਕੇ, 1 2 3, ਇਹ ਵੀ N ਐਲੀਮੈਂਟ ਨੇ। ਇਹਨੇ ਨਾਲ ਹੀ ਲਿਖ ਲਿਓ ਲਾਈਨ ਦੇ ਵਿੱਚ, ਐਂਡ ਇਹ ਲਾਈਨ ਤੋਂ ਬਾਅਦ ਆਰਡਰ ਆਫ G ਇਜ਼ ਇਕੁਅਲਸ ਟੂ N। ਆਰਡਰ ਕੀ ਹੁੰਦਾ? ਨੰਬਰ ਆਫ ਐਲੀਮੈਂਟਸ ਹੀ ਹੁੰਦੇ ਨੇ। ਮਤਲਬ ਚਾਹੇ ਨੰਬਰ ਆਫ ਐਲੀਮੈਂਟਸ ਇਨ G ਕਹਿ ਲਓ, ਚਾਹੇ ਆਰਡਰ ਕਹਿ ਲਓ। ਆਰਡਰ ਕੀ ਹੁੰਦਾ? ਗਰੁੱਪ ਦਾ ਨੰਬਰ ਆਫ ਐਲੀਮੈਂਟਸ ਹੀ ਹੁੰਦੇ ਨੇ, ਤਾਂ ਆਪਾਂ ਆਰਡਰ ਵਰਡ ਪਾ ਲੈਂਦੇ ਉਰੇ। ਆਰਡਰ ਆਫ G ਕਿੰਨਾ ਮੰਨਿਆ ਆਪਾਂ? N ਮੰਨਿਆ ਵਾ। ਇਹਦੀ ਕਾਊਂਟਿੰਗ ਕਿੰਨੀ ਹੈ? ਇਹਦੀ N ਮੰਨੀ ਆ। ਹੁਣ ਦੇਖਿਓ ਧਿਆਨ ਨਾਲ, ਇਹ ਕੰਮ ਇੰਨਾ ਸੌਖਾ ਨਹੀਂ ਹੈਗਾ। ਇਹ ਮੈਂ ਦੁਬਾਰਾ ਲਿਖ ਲੈਣਾ ਕਿ ਆਪਾਂ ਉਰੇ ਇੱਦਾਂ ਨਹੀਂ ਕਹਿ ਸਕਦੇ ਹੈਗੇ ਕਿ ਇਹਨਾਂ ਦੀ ਕਾਊਂਟਿੰਗ ਵੀ N ਹੋਊਗੀ, ਇਹਨਾਂ ਦੀ ਕਾਊਂਟਿੰਗ ਵੀ N ਹੋਊਗੀ, ਇਹ ਨਹੀਂ ਕਹਿ ਸਕਦੇ ਆਪਾਂ। ਹੁਣ ਤੁਸੀਂ ਕਹੋਗੇ ਇਹ ਤਾਂ ਦਿਖਦਾ ਰਿਹਾ ਆਪਾਂ ਨੂੰ ਕਿ ਇਹ ਪਹਿਲਾ ਐਲੀਮੈਂਟ ਆ, ਇਹ ਦੂਜਾ ਐਲੀਮੈਂਟ ਆ, ਇਹ ਤੀਜਾ, ਇਹ N ਐਲੀਮੈਂਟ ਤਾਂ ਬਣ ਹੀ ਗਏ। ਤਾਂ ਜੇ 1 ਤੋਂ ਲੈ ਕੇ N ਤੱਕ ਐਲੀਮੈਂਟ ਹੋਣ ਤਾਂ N ਹੀ ਐਲੀਮੈਂਟ ਕਾਊਂਟਿੰਗ N ਆਊਗੀ। ਪਰ ਆਪਾਂ ਇੱਥੇ ਨਹੀਂ ਕਹਿ ਸਕਦੇ ਕਾਊਂਟਿੰਗ N ਆਊਗੀ। ਕਿਉਂ ਨਹੀਂ ਕਹਿ ਸਕਦੇ ਹੈਗੇ? ਉਹ ਦੇਖਿਓ, ਆਹ ਨੋਟ ਪਾ ਲਿਓ।
ਜੇ ਮੈਂ ਤੁਹਾਨੂੰ ਕਹਾਂ ਕਿ ਇਹ ਸੈੱਟ ਵਿੱਚ ਕਿੰਨੇ ਐਲੀਮੈਂਟਸ ਨੇ, ਤੁਸੀਂ ਸਿੱਧਾ ਕੱਢ ਲਓਗੇ 1 2 3 ਤਿੰਨ ਐਲੀਮੈਂਟਸ। ਤੁਸੀਂ ਕਹੋਗੇ ਨੰਬਰ ਆਫ ਐਲੀਮੈਂਟ ਨੇ ਸੈੱਟ ਕਿੰਨਾ ਆ ਗਿਆ ਆਪਣੇ ਕੋਲ 3, ਜਾਂ ਆਰਡਰ ਆਫ ਸੈੱਟ ਕਿੰਨਾ ਆ ਗਿਆ, ਆਰਡਰ ਆਫ ਗਰੁੱਪ ਸੈੱਟ ਲਾ ਲਓ, ਚਲੋ ਇਹ ਕਿੰਨਾ ਆ ਗਿਆ ਆਪਣੇ ਕੋਲ 3 ਆ ਗਿਆ। ਪਰ ਮੈਂ ਇੱਕ ਐਗਜ਼ਾਮਪਲ ਹੋਰ ਲਵਾਂ 1 1 1 2 3 3 3, ਇਹ ਵੀ ਸੈੱਟ ਆ ਜੀ, ਇਹ ਵੀ ਸੈੱਟ ਆ। ਪਰ ਆਪਣੀ ਕੋਸ਼ਿਸ਼ ਇਹ ਹੁੰਦੀ ਹੈ ਜਦੋਂ ਆਪਾਂ ਕਾਊਂਟਿੰਗ ਕਰਨੀ ਹੁੰਦੀ ਐਲੀਮੈਂਟਸ ਸੀ ਉਹ ਡਿਸਟਿੰਕਟ ਐਲੀਮੈਂਟ ਕਾਊਂਟ ਕਰਨੇ। ਤੁਸੀਂ ਇੱਦਾਂ ਨਹੀਂ ਕਹਿ ਸਕਦੇ ਹੈਗੇ ਕਿ ਇਹ 'ਚ 1 2 3 4 5 6 7 ਐਲੀਮੈਂਟਸ, ਇਹ ਨਹੀਂ ਕਹਿ ਸਕਦੇ। ਡਿਸਟਿੰਕਟ ਐਲੀਮੈਂਟ ਕਾਊਂਟ ਕਰਨੇ। ਮਤਲਬ ਸੈੱਟ ਵਿੱਚ ਇੱਕ ਤਰੀਕਾ ਇਹ ਵੀ ਹੁੰਦਾ ਹੈਗਾ ਕਿ ਜਦੋਂ ਆਪਾਂ ਸੈੱਟ ਡਿਫਾਈਨ ਕਰਨਾ ਹੁੰਦਾ ਸਿਰਫ ਡਿਫਰੈਂਟ ਐਲੀਮੈਂਟ ਪਾ ਦਿਓ, ਬਸ ਡਿਫਰੈਂਟ ਐਲੀਮੈਂਟਸ ਪਾ ਦਿਓ। ਸੇਮ ਐਲੀਮੈਂਟ ਲੋੜ ਨਹੀਂ ਪਾਉਣ ਦੀ, ਇੱਕੋ ਚੀਜ਼ ਆ ਦੋਨੇ ਗੱਲਾਂ ਸੇਮ ਹੋਣਗੀਆਂ। ਹੁਣ ਦੇਖੋ ਇਹਦੇ 'ਚ ਐਲੀਮੈਂਟ ਗਿਣਾਂਗੇ ਆਪਾਂ 7 ਆ, ਨੰਬਰ ਆਫ ਐਲੀਮੈਂਟ S 7, ਇਹ ਗਲਤ ਆ। ਜਦ ਕਿ ਨੰਬਰ ਆਫ ਐਲੀਮੈਂਟ S ਕਿੰਨਾ ਆਊਗਾ 3 ਆਊਗਾ। ਫਿਰ ਕੀ ਪ੍ਰੋਬਲਮ ਆ? ਇੱਦਾਂ ਨਹੀਂ ਹੈ ਕਿ ਸੈੱਟ ਵਿੱਚ ਜੋ ਵੀ ਆ ਗਿਆ ਸਿੱਧਾ ਕਾਊਂਟ ਕਰ ਦੇਵਾਂਗੇ ਨੰਬਰ ਆਫ ਐਲੀਮੈਂਟਸ ਨੇ। ਇੱਦਾਂ ਨਹੀਂ ਹੈਗਾ ਕਿ ਸੈੱਟ ਵਿੱਚ ਜੋ ਵੀ ਆ ਗਿਆ ਸਿੱਧਾ ਕਾਊਂਟ ਕਰ ਦੇਵਾਂਗੇ ਆਪਾਂ ਨੰਬਰ ਆਫ, ਉਹਦੀ ਕਾਊਂਟਿੰਗ ਬਣ ਜਾਏਗੀ। ਆਪਾਂ ਨੇ ਕਾਊਂਟਿੰਗ ਕਰਨ ਤੋਂ ਪਹਿਲਾਂ ਜਿਵੇਂ ਉਹਨੇ ਕਾਊਂਟਿੰਗ ਕੀਤੀ, ਪਹਿਲਾਂ ਇਹ ਡਿਸਾਈਡ ਕਰ ਲੈਣਾ ਆਪਾਂ ਨੇ ਕਾਊਂਟਿੰਗ ਕਰਨ ਤੋਂ ਪਹਿਲਾਂ ਕਿ ਸਾਰੇ ਐਲੀਮੈਂਟ ਡਿਸਟਿੰਕਟ ਨੇ, ਜਾਂ ਕਨਫਰਮ ਕਰ ਲੈਣਾ ਪਹਿਲਾਂ ਆਪਾਂ ਨੇ ਕਿ ਸਾਰੇ ਐਲੀਮੈਂਟ ਡਿਸਟਿੰਕਟ ਨੇ, ਅਲੱਗ-ਅਲੱਗ ਨੇ। ਜੇ ਸਾਰੇ ਐਲੀਮੈਂਟ ਅਲੱਗ-ਅਲੱਗ ਨੇ ਫਿਰ ਆਪਾਂ ਨੇ ਕਾਊਂਟਿੰਗ ਕਰਾਂਗੇ, ਉਹ ਜੋ ਇਹਨਾਂ ਦੀ ਕਾਊਂਟਿੰਗ ਹੋਊਗੀ ਉਹੀ ਸੈੱਟ ਦੇ ਨੰਬਰ ਆਫ ਐਲੀਮੈਂਟਸ ਹੋਣਗੇ। ਇਹ ਬੜੀ ਇੰਪੋਰਟੈਂਟ ਗੱਲ ਹੈ। ਇੱਦਾਂ ਨਹੀਂ ਹੈ ਕਿ ਜਿੰਨੇ ਵੀ ਆ ਗਏ ਸਿੱਧੇ ਕਾਊਂਟ ਕਰ ਲਵੋ ਉਹ ਸੈੱਟ ਦੇ ਐਲੀਮੈਂਟਸ ਹੋ ਗਏ ਆਪਣੇ ਕੋਲ। ਹੁਣ ਇਹ ਸਾਰੇ ਨਹੀਂ ਕਾਊਂਟ ਕਰ ਸਕਦੇ, ਪਰ ਡਿਸਟਿੰਕਟ ਦੇਖੀਏ ਆਪਾਂ ਡਿਸਟਿੰਕਟ ਕਿੰਨੇ ਨੇ 1 2 3, ਫਿਰ ਕਾਊਂਟ ਕਰਾਂਗੇ ਆਪਾਂ। ਹੁਣ ਸਮਝੋ ਧਿਆਨ ਨਾਲ ਇਹ ਪ੍ਰੋਬਲਮ ਕੀ ਹੈਗੀ ਹੈ। ਇਹ ਸੈੱਟ ਆਪਾਂ ਆਪ ਮੰਨਿਆ, ਇਹਦਾ ਆਰਡਰ ਕਿੰਨਾ ਕਿਹਾ ਆਪਾਂ ਨੇ n। ਆਰਡਰ n ਤੋਂ ਭਾਵ ਕੀ ਹੈਗਾ ਨੰਬਰ ਆਫ ਐਲੀਮੈਂਟਸ। ਨੰਬਰ ਆਫ ਐਲੀਮੈਂਟਸ n ਆਪਾਂ ਆਪ ਮੰਨਣੇ। ਜੇ n ਆਪਾਂ ਨੰਬਰ ਆਫ ਐਲੀਮੈਂਟਸ ਕਹਤੇ ਤਾਂ ਇਹ ਸਾਰੇ ਡਿਸਟਿੰਕਟ ਹੋਣਗੇ। ਇੱਕ ਸੈੱਟ ਮੰਨੋ ਜਿਹਦੇ ਵਿੱਚ 5 ਐਲੀਮੈਂਟਸ ਹੋਣ। ਤੁਸੀਂ ਮੰਨ ਲਓ ਕੋਈ ਵੀ ਐਲੀਮੈਂਟ 5 ਨੇ, ਐਲੀਮੈਂਟ 5 ਨੇ, ਨੰਬਰ ਆਫ ਐਲੀਮੈਂਟਸ ਕਿੰਨੇ ਕਹਿ ਰਹੇ ਹਾਂ ਆਪਾਂ 5 ਕਹਿ ਰਹੇ ਹਾਂ। ਸੈੱਟ ਵਿੱਚ 5 ਹੀ ਪਾਏ ਨੇ ਆਪਾਂ, ਸਾਰੇ ਡਿਸਟਿੰਕਟ ਹੀ ਹੋਣਗੇ। ਜਿਵੇਂ ਆਪਾਂ ਨੇ ਇਹਦੇ ਵਿੱਚ ਗਰੁੱਪ ਦੇ ਵਿੱਚ ਐਲੀਮੈਂਟ ਜਿਹੜੇ ਹੈਗੇ ਨੇ, ਆਰਡਰ ਕਿੰਨਾ ਗਰੁੱਪ ਦਾ n, ਨੰਬਰ ਆਫ ਐਲੀਮੈਂਟਸ ਕਿੰਨੇ ਗਰੁੱਪ 'ਚ n ਨੇ, ਤਾਂ n ਹੀ ਐਲੀਮੈਂਟ ਪਾਏ ਨੇ ਆਪਾਂ ਨੇ, ਤਾਂ ਸਾਰੇ ਡਿਸਟਿੰਕਟ ਹੋਣਗੇ। ਡਿਸਟਿੰਕਟ ਹੋਣ ਕਰਕੇ ਇਹਦੀ ਕਾਊਂਟਿੰਗ n ਆਈ ਆ। ਇਹ 'ਚ ਐਲੀਮੈਂਟ ਕਿੰਨੇ 3 ਕਿਉਂ ਕਿਹਾ ਆਪਾਂ ਨੰਬਰ ਆਫ ਐਲੀਮੈਂਟ, ਬਿਕੋਜ਼ ਸਾਰੇ ਡਿਸਟਿੰਕਟ ਨੇ। ਉਰੇ ਨੰਬਰ ਆਫ ਐਲੀਮੈਂਟ 7 ਕਿਉਂ ਨਹੀਂ ਕਹਿ ਸਕਦੇ ਹੈਗੇ ਆਪਾਂ, ਬਿਕੋਜ਼ ਸਾਰੇ ਡਿਸਟਿੰਕਟ ਨਹੀਂ ਹੈਗੇ। ਮਤਲਬ ਕਿ ਉਰੇ ਆਪਾਂ ਨੂੰ ਦਿੱਤਾ ਹੋਇਆ ਹੈ ਕਿ ਗਰੁੱਪ ਦਾ ਆਰਡਰ ਕਿੰਨਾ ਹੈਗਾ n, ਤਾਂ ਇਹ ਸਾਰੇ ਐਲੀਮੈਂਟ ਅੰਡਰਸਟੂਡ ਆ ਕਿ ਡਿਸਟਿੰਕਟ ਹੀ ਹੋਣਗੇ, ਤਾਂ ਹੀ ਕਾਊਂਟਿੰਗ ਜਿਹੜੀ ਆ ਉਹ n ਬਣੀ ਹੈ। ਚਲੋ ਇਹ ਸਾਰੇ ਐਲੀਮੈਂਟ ਡਿਸਟਿੰਕਟ ਨੇ। ਉਸ ਤੋਂ ਬਾਅਦ ਇਹ ਐਲੀਮੈਂਟ ਕਾਊਂਟ ਕਰ ਲੈਣੇ ਆਪਾਂ ਨੇ। ਹੁਣ ਇਹ ਤਾਂ ਮਲਟੀਪਲਾਈ ਕੀਤਾ, ਇਹਨੂੰ a ਨਾਲ ਮਲਟੀਪਲਾਈ ਕੀਤਾ, ਇਹਨੂੰ ਵੀ a ਨਾਲ ਮਲਟੀਪਲਾਈ ਕੀਤਾ, ਇਹਨੂੰ ਵੀ a ਨਾਲ ਮਲਟੀਪਲਾਈ ਕੀਤਾ, ਇਹਨੂੰ ਵੀ a ਨਾਲ ਮਲਟੀਪਲਾਈ ਕੀਤਾ, ਇਹ ਸਾਰੇ ਮਲਟੀਪਲਾਈ ਕੀਤੇ ਨੇ। ਕੀ ਪਤਾ ਇਹਨਾਂ ਦੋਨਾਂ ਆਂਸਰ ਸੇਮ ਆਵੇ, ਆਪਾਂ ਨੂੰ ਕੀ ਪਤਾ। ਸਮਝਿਓ ਧਿਆਨ ਨਾਲ, ਇਹਦਾ ਮਲਟੀਪਲਾਈ ਕਰਕੇ ਸੈੱਟ ਬਣਾਇਆ, ਮਲਟੀਪਲਾਈ ਕਰਕੇ ਫੇਰ ਸੈੱਟ ਬਣਾਇਆ, ਕੀ ਪਤਾ ਇਹਨਾਂ ਦੋਨਾਂ ਆਂਸਰ ਸੇਮ ਆ ਜੇ। ਜੇ ਇਹਨਾਂ ਦੋਨਾਂ ਆਂਸਰ ਸੇਮ ਆ ਗਿਆ ਕਿ ਆਪਾਂ ਕਹਿ ਸਕਦੇ ਕਿ ਨੰਬਰ ਆਫ ਐਲੀਮੈਂਟ ਇਹਦੇ ਵਿੱਚ n ਹੋਣਗੇ। ਆਹ ਦੋ ਸੇਮ ਹੋ ਗਏ, ਜਿਵੇਂ ਆਹ ਦੋ ਸੇਮ ਹੋ ਗਏ, ਆਪਾਂ ਕਹਿ ਸਕਦੇ ਕਿ ਐਲੀਮੈਂਟ 4 ਹੋਣਗੇ ਇਹਦੇ ਵਿੱਚ, ਨਹੀਂ। ਤਾਂ ਗੱਲ ਸਾਰੀ ਘੁੰਮ ਫਿਰ ਕੇ ਜਾਂ ਗੱਲ ਓਵਰਆਲ ਰਿਜ਼ਲਟ ਇਹ ਆ, ਜੇ ਕਿਸੇ ਸੈੱਟ ਦੇ ਵਿੱਚ ਆਪਾਂ ਨੰਬਰ ਆਫ ਐਲੀਮੈਂਟਸ ਕਾਊਂਟ ਕਰਨੇ ਨੇ ਤਾਂ ਉਹ ਸਾਰੇ ਐਲੀਮੈਂਟ ਡਿਸਟਿੰਕਟ ਚਾਹੀਦੇ ਨੇ ਆਪਾਂ ਨੂੰ। ਡਿਸਟਿੰਕਟ ਮਤਲਬ ਕੋਈ ਸੇਮ ਨਾ ਹੋਵੇ ਆਪਸ 'ਚ। ਇਹ ਤਾਂ ਆਪਾਂ ਮੰਨਿਆ ਨਾ, ਜੇ ਮੰਨਿਆ ਤਾਂ ਡਿਸਟਿੰਕਟ ਪਹਿਲੇ ਮੰਨੇ ਹੋਏ ਨੇ ਆਪਾਂ ਨੇ, ਇਹ ਪਹਿਲੇ ਡਿਸਟਿੰਕਟ ਨੇ ਆਪਣੇ ਕੋਲ ਜੀ। ਇਹ ਆਪਾਂ ਸੈੱਟ ਮਲਟੀਪਲਾਈ ਕਰਕੇ ਬਣਾਇਆ, ਜੇ ਇਹਨੂੰ ਮਲਟੀਪਲਾਈ ਕਰਾਂਗੇ a ਨਾਲ, ਇਹਨੂੰ ਵੀ a ਨਾਲ ਮਲਟੀਪਲਾਈ ਕੀਤਾ, ਇਹਨੂੰ ਵੀ a ਨਾਲ ਮਲਟੀਪਲਾਈ ਕੀਤਾ, ਆਪਾਂ ਨੂੰ ਕਨਫਰਮ ਨਹੀਂ ਹੈਗਾ ਕਿ ਇਹ ਸਾਰੇ ਡਿਸਟਿੰਕਟ ਹੋਣੇ, ਕੀ ਪਤਾ ਸੇਮ ਬਣ ਜਾਣ ਦੋ। ਜੇ ਕੋਈ ਦੋ ਸੇਮ ਬਣ ਗਏ ਤਾਂ ਕਾਊਂਟਿੰਗ ਨਹੀਂ ਕਰ ਸਕਦੇ ਆਪਾਂ। ਇਹ ਦੋ ਸੇਮ ਨੇ ਮੰਨ ਲਓ,
ਤਾਂ ਉਹ ਐਂ ਨਹੀਂ ਕਹਿ ਸਕਦੇ ਕਿ ਇਹਦੀ ਕਾਊਂਟਿੰਗ 4 ਹੋਊਗੀ, ਇੱਦਾਂ ਨਹੀਂ ਕਹਿ ਸਕਦੇ। ਇਸ ਕਰਕੇ ਜਿਹੜਾ ਮੇਨ ਕਨਸੈਪਟ ਇਹਦੇ ਵਿੱਚ ਅੱਗੇ ਵੀ ਕਰਾਂਗੇ ਆਪਾਂ ਕਾਫੀ, ਜੇ ਕਿਸੇ ਸੈੱਟ ਦੇ ਐਲੀਮੈਂਟ ਆਪਾਂ ਕਾਊਂਟ ਕਰਨੇ ਨੇ, ਸਭ ਤੋਂ ਪਹਿਲਾਂ ਤੁਸੀਂ ਇਹ ਸ਼ੋਅ ਕਰਨਾ ਹੈਗਾ ਕਿ ਇਹ ਸਾਰੇ ਐਲੀਮੈਂਟ ਕੀ ਨੇ ਆਪਣੇ ਕੋਲ, ਡਿਸਟਿੰਕਟ। ਇਹ ਆਪਾਂ ਮੰਨਿਆ ਹੋਇਆ, ਜੇ ਇਹ ਮੰਨਿਆ ਹੋਇਆ ਤਾਂ ਇਹ ਸਾਰੇ ਕੀ ਨੇ, A1 A2 A3 A ਨੇ ਪਹਿਲੇ ਡਿਸਟਿੰਕਟ ਨੇ ਸਾਰੇ, ਤਾਂ ਹੀ ਇਹਦੀ ਕਾਊਂਟਿੰਗ ਲਿਖੀ ਆਪਾਂ n। ਇਸ ਕਰਕੇ ਹੁਣ ਆਪਾਂ ਇਹ ਕਰਨਾ ਹੈਗਾ, ਸਿੱਧਾ ਇਹ ਸੌਖਾ ਜਿਹਾ ਕੰਸੈਪਟ ਨਹੀਂ ਹੈਗਾ ਕਿ ਨੰਬਰ ਆਫ ਐਲੀਮੈਂਟਸ ਜਾਂ ਆਰਡਰ ਆਫ ਐਸ ਕਿੰਨਾ ਆਊਗਾ ਆਪਣੇ ਕੋਲ, ਇਹਦੇ 'ਚ n ਆਊਗਾ, ਸਿੱਧਾ ਨਹੀਂ ਕਹਿ ਸਕਦੇ। ਪਰ ਹਾਂ ਜੇ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਡਿਸਟਿੰਕਟ ਸ਼ੋਅ ਕਰਦੀ ਹੈ, ਡਿਸਟਿੰਕਟ ਨੇ, ਇਹ ਵੀ ਅਲੱਗ ਆ, ਕੋਈ ਦੋ ਸੇਮ ਨਹੀਂ ਹੈਗੇ, ਸਾਰੇ ਅਲੱਗ-ਅਲੱਗ ਨੇ, ਫਿਰ ਆਪਾਂ ਕਹਿ ਸਕਦੇ ਹਾਂ ਕਿ ਕਾਊਂਟਿੰਗ ਕਿੰਨੀ ਆਊਗੀ, n ਆਊਗੀ। ਉਮੀਦ ਆ ਤੁਹਾਨੂੰ ਗੱਲ ਸਮਝ ਲੱਗੀ ਹੋਊਗੀ। ਇਹਨਾਂ ਥਿਊਰਮਾਂ ਵਿੱਚ ਬਸ ਇਹੀ ਆ ਕਿ ਇਹਨਾਂ ਵਿੱਚ ਛੋਟੀ ਕਲਾਸ ਦੇ ਕੰਸੈਪਟ ਕਾਫੀ ਨੇ, ਇਸ ਕਰਕੇ ਤਕਰੀਬਨ ਰੋਜ਼ ਇੱਦਾਂ ਦੀ ਥਿਊਰਮਾਂ ਇੱਕ ਹੋਇਆ ਕਰਨਗੀਆਂ, ਅਤੇ ਤੁਸੀਂ ਨਾਲ ਨਾਲ ਥਿਊਰਮਾਂ ਤਿਆਰ ਕਰੀ ਜਾਓ, ਨਹੀਂ ਤਾਂ ਕਨਫਿਊਜ਼ ਹੋ ਜਾਓਗੇ ਬਾਅਦ 'ਚੋਂ। ਹੁਣ ਇਸ ਤੋਂ ਬਾਅਦ ਅੱਗੇ ਕੰਟੀਨਿਊ ਕਰ ਰਹੇ, ਇਸ ਤੋਂ ਬਾਅਦ ਕੰਟੀਨਿਊ ਕਰ ਰਹੇ, ਉਹ ਦੇਖੋ। ਹੁਣ ਡਿਸਟਿੰਕਟ ਕਿਵੇਂ ਸ਼ੋਅ ਕਰਨਾ ਆਪਾਂ ਨੇ, ਡਿਸਟਿੰਕਟ ਵਾਸਤੇ ਹੀ ਕਰ ਲਓ ਆਪਾਂ, ਇਹ ਕਾਫੀ ਯੂਜ਼ ਹੋਊਗਾ ਕੰਸੈਪਟ ਅੱਗੇ। ਲੈਟ ਕਰ ਲਓ, ਇਸ ਤੋਂ ਅੱਗੇ ਹੀ ਹੈ ਲੈਟ AI ਇੰਟੂ A ਇਕੁਅਲ ਟੂ AJ ਇੰਟੂ A where I 1 not equal to J less than equal to N। ਹੁਣ ਇਹ ਤੁਸੀਂ ਕਹੋਗੇ ਲਿਖਿਆ ਕੀ ਹੈਗਾ, ਆਪਾਂ ਸਮਝਦੇ ਹਾਂ ਸਾਰਾ ਕਿਵੇਂ। ਲੈਟ ਇਫ ਪੋਸੀਬਲ ਕਰ, ਇਫ ਪੋਸੀਬਲ ਜੇ ਪੋਸੀਬਲ ਹੈ ਲੈਟ, ਫਿਰ ਲੈਟ ਕਰ ਲਓ। ਇਹ ਕੀਤਾ ਕੀ ਆ, ਤੁਸੀਂ ਆਹ ਦੇਖੋ, ਇਹਦਾ ਮਤਲਬ ਕੀ ਹੈ, ਇਹਦਾ ਮੀਨਿੰਗ ਕੀ ਕਹਾਂਗੇ ਆਪਾਂ। I ਨੂੰ ਆਪਾਂ 1 ਤੋਂ ਲੈ ਕੇ n ਤੱਕ ਲੈ ਕੇ ਜਾਣਾ, ਤਾਂ ਆਹ ਚੀਜ਼ ਕੀ ਬਣੇਗੀ, ਪਹਿਲਾਂ I ਨੂੰ 1 ਭਰਿਆ ਆਪਾਂ ਨੇ, ਤਾਂ ਕੀ ਬਣ ਗਿਆ A1A, ਇਹ ਪਹਿਲਾ ਐਲੀਮੈਂਟ। I ਨੂੰ 2 ਭਰਿਆ A2A, ਇਹ ਦੂਜਾ ਐਲੀਮੈਂਟ ਆ। I ਨੂੰ 3 ਭਰਿਆ A3A, ਤੀਜਾ ਐਲੀਮੈਂਟ ਆ। I ਨੂੰ n ਭਰਿਆ ANA। ਇਹ AI ਇੰਟੂ A, ਇਹ S ਦਾ ਆਪਾਂ ਜਨਰਲ ਐਲੀਮੈਂਟ ਲਿਆ, ਕੋਈ ਵੀ ਐਲੀਮੈਂਟ ਲੈ ਲਿਆ, ਮਤਲਬ ਆ ਵੀ ਹੋ ਸਕਦਾ, ਆ ਵੀ ਹੋ ਸਕਦਾ, ਆ ਵੀ ਹੋ ਸਕਦਾ, ਆ ਵੀ, ਕੋਈ ਵੀ ਐਲੀਮੈਂਟ ਆ, ਇਹ ਕੋਈ ਵੀ ਐਲੀਮੈਂਟ ਹੈਗਾ S ਦਾ, ਜੇ ਇਹਦੇ ਨਾਲ J ਪਾ ਦਈਏ ਫਿਰ ਆਹ ਚੀਜ਼ ਬਣ ਗਈ। J1 ਭਰਿਆ ਅਪ ਟੂ ਸੋਨ, ਸਿਮਿਲਰਲੀ ਇਹਦੇ ਵਾਂਗੂ ਇਹ ਕੋਈ ਵੀ ਐਲੀਮੈਂਟ ਕੀ ਬਣ ਗਿਆ, ਇਹ ਵੀ S ਦਾ ਐਲੀਮੈਂਟ ਬਣ ਗਿਆ, ਇਹ ਵੀ S ਦਾ ਐਲੀਮੈਂਟ ਆ, ਇਹ ਵੀ S ਦਾ ਐਲੀਮੈਂਟ ਆ, ਦੋਨੇ S ਦੇ ਐਲੀਮੈਂਟ ਨੇ, ਤੈਨੂੰ ਇਕੱਠਾ ਪਾਤਾ ਆਪਾਂ ਨੇ I, J ਇਕੱਠਾ ਪਾਤਾ, ਦੋਨੇ ਨੇ। ਪਰ ਇਹ ਕੋਈ ਹੋਰ ਆ, ਇਹ ਕੋਈ ਹੋਰ ਆ, ਮਤਲਬ ਇਹ ਦੋ ਸੇਮ ਨਹੀਂ ਹੈਗੇ। ਇਹ ਵੀ S ਦਾ ਐਲੀਮੈਂਟ ਲਿਆ, ਇਹ ਵੀ S ਦਾ ਐਲੀਮੈਂਟ ਲਿਆ, ਇਹ ਕੋਈ ਹੋਰ ਆ, ਇਹ ਕੋਈ ਹੋਰ ਆ, ਇੱਥੇ ਪਾਤਾ ਨਾਟ ਇਕੁਅਲ। ਕੰਮ ਸਾਰਾ ਸਮਝ ਕੇ ਚਲਾਉਣਾ ਹੈਗਾ, ਸਮਝ ਕੇ ਹੀ ਕੰਮ ਹੋਊਗਾ ਜੀ। ਮਤਲਬ I ਤੇ J ਦੋਨੇ 1 ਤੋਂ ਲੈ ਕੇ n ਤੱਕ ਨੇ, ਮਤਲਬ I ਤੇ J ਇਹਨਾਂ 'ਚ ਭਰਾਂਗੇ ਆਪਾਂ, ਦੋਨੇ ਐਲੀਮੈਂਟ S ਦੇ ਨੇ, ਅਤੇ I ਤੇ J ਬਰਾਬਰ ਨਹੀਂ ਹੈਗਾ, I J ਬਰਾਬਰ ਨਹੀਂ, ਮਤਲਬ ਕਿ ਇਹ ਐਲੀਮੈਂਟ ਕੋਈ ਹੋਰ ਮੰਨਿਆ, ਇਹ ਐਲੀਮੈਂਟ ਕੋਈ ਹੋਰ ਮੰਨਿਆ। ਹੁਣ ਸਾਰਾ ਓਵਰਆਲ ਮੀਨਿੰਗ ਕੀ ਬਣਿਆ, ਕੋਈ ਦੋ ਡਿਫਰੈਂਟ ਐਲੀਮੈਂਟ ਸੇਮ ਮੰਨ ਲਿਆ ਆਪਾਂ ਨੇ, ਮਤਲਬ ਇੱਕ ਇੱਥੇ ਪਿਆ ਮੰਨ ਲਓ ਐਲੀਮੈਂਟ, ਕਿਤੇ ਵੀ ਇੱਕ ਇੱਥੇ ਪਿਆ, ਦੋ ਅਲੱਗ-ਅਲੱਗ ਪੋਜੀਸ਼ਨ 'ਤੇ ਐਲੀਮੈਂਟ ਪਏ ਨੇ, ਉਹ ਆਪਾਂ ਸੇਮ ਮੰਨ ਲਏ, ਮਤਲਬ ਕੋਈ ਦੋ ਸੇਮ ਮੰਨ ਲਏ। ਇਹ ਜਨਰਲ ਐਲੀਮੈਂਟ ਆ, I ਤੇ J ਆਪਾਂ ਜਨਰਲ ਲਿਆ ਹੈਗਾ, ਤਾਂ ਕੋਈ ਦੋ ਆਪਾਂ ਨੇ ਸੇਮ ਮੰਨ ਲਏ, ਇਹ ਕੋਈ ਦੋ ਸੇਮ ਮੰਨ ਲਏ। ਜੇ ਪੋਸੀਬਲ ਆ, ਜੇ ਮੰਨ ਲਓ ਹੈਗੇ ਨੇ ਤਾਂ ਮੰਨ ਲਿਆ ਆਪਾਂ ਨੇ, ਤਾਂ ਇਹਨੂੰ ਆਪਾਂ ਲਿਖ ਸਕਦੇ ਹੈਗੇ ਆ AI ਇਕੁਅਲਸ ਟੂ AJ ਬਾਏ, ਇਹ ਹੈਗਾ ਰਾਈਟ ਕੈਂਸਲੇਸ਼ਨ ਲਾਅ, ਬਿਕੋਜ਼ ਕੈਂਸਲੇਸ਼ਨ ਲਾਅ ਦੋਨੇ ਹੋਲਡ ਕਰਦੇ ਹੈਗੇ, ਦਿੱਤਾ ਹੋਇਆ ਸੀ ਆਪਾਂ ਨੂੰ,
ਤਾਂ ਰਾਈਟ ਕੈਂਸਲੇਸ਼ਨ ਲਾ ਕੇ ਆਪਣਾ ਇਹਨੂੰ ਕੱਟਣਾ ਨਹੀਂ ਹੁੰਦਾ, ਪਹਿਲਾਂ ਬੋਲਿਆ ਸੀਗਾ। ਇਹ A ਇਨਵਰਸ ਨਾਲ ਪੋਸਟ ਮਲਟੀਪਲਾਈ ਹੋਇਆ, ਫਿਰ ਸਾਰਾ ਸੋਲਵ ਕਰਕੇ ਆਹ ਚੀਜ਼ ਬਣੀ ਆ ਸਿੱਧਾ ਆਪਾਂ ਲਿਖ ਸਕਦੇ ਹੈਗੇ ਬਾਏ ਰਾਈਟ ਕੈਂਸਲੇਸ਼ਨ ਲਾਓ। ਦੇਖੋ ਧਿਆਨ ਨਾਲ, ਜੇ ਪੋਸੀਬਲ ਹੈ ਮੰਨ ਲਓ ਇਹ ਦੋਨੇ ਬਰਾਬਰ ਨੇ, ਮਤਲਬ ਕੋਈ ਦੋ ਆ ਦੋ ਐਲੀਮੈਂਟ ਆਪਾਂ ਬਰਾਬਰ ਮੰਨ ਲਏ, ਅਲੱਗ-ਅਲੱਗ, ਇਹ ਇੱਥੇ ਪਿਆ, ਕੋਈ ਦੋ ਐਲੀਮੈਂਟ ਅਲੱਗ ਮੰਨ ਲਏ। ਅਲੱਗ-ਅਲੱਗ ਕਿਉਂ ਪਏ ਨੇ? ਬਿਕੋਜ਼ I J ਬਰਾਬਰ ਨਹੀਂ ਹੈਗੇ। ਜੇ ਕੋਈ ਦੋ ਆਪਾਂ ਅਲੱਗ-ਅਲੱਗ ਮੰਨ ਲਏ ਤਾਂ ਉੱਥੋਂ ਆਹ ਦੋ ਅਲੱਗ-ਅਲੱਗ ਐਲੀਮੈਂਟ ਸੇਮ ਮੰਨ ਲਏ, ਮਤਲਬ ਇਹ ਅਲੱਗ ਆ ਰਿਹਾ, ਇਹ ਅਲੱਗ ਆ ਰਿਹਾ, ਕੋਈ ਦੋ ਅਲੱਗ-ਅਲੱਗ ਐਲੀਮੈਂਟ ਆਪਾਂ ਸੇਮ ਲੈਣੇ। ਇਹ ਦੋ ਸੇਮ ਨੇ ਤਾਂ ਆਹ ਦੋ ਪੱਕਾ ਸੇਮ ਹੋਣਗੇ। ਆਹ ਦੋ ਸੇਮ ਮਤਲਬ ਦੇਖੋ ਧਿਆਨ ਨਾਲ, ਇਹ ਕਿਹਦੇ ਵਿੱਚੋਂ ਆਇਆ ਸੀਗਾ? ਮੰਨ ਲਓ ਆਹ ਐਗਜ਼ਾਮਪਲ ਲੈ ਰਿਹਾ ਕਿ ਆਹ ਦੋ ਐਲੀਮੈਂਟ ਨੇ, ਇਹ ਵਾਲਾ ਇਹਦੇ ਵਿੱਚੋਂ ਆਇਆ, ਇੱਥੋਂ ਮਲਟੀਪਲਾਈ ਕੀਤਾ ਸੀ A ਨਾਲ, ਇਹ ਵਾਲਾ ਇਹਦੇ ਵਿੱਚੋਂ ਆਇਆ, ਇੱਥੋਂ ਮਲਟੀਪਲਾਈ ਕੀਤਾ ਸੀ ਆਪਾਂ A ਨਾਲ, ਪੋਸਟ ਮਲਟੀਪਲਾਈ ਕਰਿਆ ਸੀਗਾ। ਇਹ ਦੋ ਬਰਾਬਰ ਨੇ ਜੇ, ਤਾਂ ਆਹ ਦੋ ਬਰਾਬਰ ਹੋਣਗੇ, ਪ੍ਰੂਵ ਕਰਤਾ ਆਪਾਂ। ਜੇ ਆਹ ਬਰਾਬਰ ਨੇ ਤਾਂ ਆਹ ਪੱਕਾ ਬਰਾਬਰ ਹੋਣਗੇ। ਕੀ ਇਹ ਬਰਾਬਰ ਨੇ? ਇਹ ਤਾਂ ਆਪਾਂ ਸਾਰੇ ਡਿਸਟਿੰਕਟ ਮੰਨਣੇ ਗਰੁੱਪ ਦੇ ਵਿੱਚ, ਕਿਉਂ? ਆਰਡਰ n ਹੈ ਦਾ, ਸਾਰੇ ਡਿਸਟਿੰਕਟ ਐਲੀਮੈਂਟ ਲਏ ਨੇ ਆਪਾਂ ਨੇ। ਵਿਚ ਇਜ਼ ਨਾਟ ਪੋਸੀਬਲ, ਵਿਚ ਇਜ਼ ਨਾਟ ਪੋਸੀਬਲ, ਇਹ ਪੋਸੀਬਲ ਨਹੀਂ ਹੈਗਾ, ਇਹ ਤਾਂ ਗਲਤ ਹੋ ਗਿਆ। ਬਿਕੋਜ਼ G has distinct elements, G has distinct elements। ਦੇਖੋ ਆਪਾਂ ਨੇ ਕੀ ਕੀਤਾ ਕਿ ਆਪਣੇ ਇਹ ਸ਼ੋਅ ਕਰਨਾ ਸੀਗਾ ਕਿ ਸਾਰੇ ਐਲੀਮੈਂਟ ਕੀ ਨੇ ਇਹਦੇ ਵਿੱਚ ਆਪਣੇ ਕੋਲ ਡਿਸਟਿੰਕਟ ਨੇ, ਸਾਰੇ ਅਲੱਗ-ਅਲੱਗ ਨੇ। ਤੈਨੂੰ ਕੰਟਰਡਿਕਸ਼ਨ ਮੈਥਡ ਨਾਲ ਕਰ ਰਿਹਾ। ਕੰਟਰਡਿਕਸ਼ਨ ਮੈਥਡ ਕੀ ਹੁੰਦਾ ਆਪਾਂ ਨੇ ਪ੍ਰੂਵ ਕਰਨਾ ਕਿ ਆਲ ਆਰ ਡਿਸਟਿੰਕਟ, ਆਲ ਡਿਸਟਿੰਕਟ ਸ਼ੋਅ ਕਰਨਾ। ਇਹਨੂੰ ਕੰਟਰਡਿਕਸ਼ਨ ਮੈਥਡ ਲਾਇਆ ਜੀ ਆਪਾਂ ਨੇ। ਕੰਟਰਡਿਕਸ਼ਨ ਮੈਥਡ ਕੀ ਹੁੰਦਾ ਹੈਗਾ? ਜੇ ਧਿਆਨ ਦੇ ਵਿੱਚ ਹੋਵੇ ਕਿ ਜੋ ਚੀਜ਼ ਪ੍ਰੂਵ ਕਰਨੀ ਆ ਪ੍ਰੂਵ ਕਰਨਾ, ਇਹ ਤੋਂ ਉਲਟਾ ਸਪੋਜ਼ ਕਰ ਲਓ, ਮਤਲਬ ਡਿਸਟਿੰਕਟ ਨਹੀਂ ਹੈਗੇ। ਡਿਸਟਿੰਕਟ ਨਹੀਂ ਹੈਗੇ ਮਤਲਬ ਕਿ ਕੋਈ ਦੋ ਆਪਾਂ ਨੇ ਸੇਮ ਮੰਨ ਲਏ, ਕੋਈ ਦੋ ਆਪਾਂ ਸੇਮ ਮੰਨ ਲਏ। ਜੇ ਆਹ ਸੇਮ ਨੇ ਤਾਂ ਆਹ ਪੱਕਾ ਸੇਮ ਹੋਣਗੇ, ਇਹ ਪ੍ਰੂਵ ਕੀਤਾ ਆਪਾਂ ਨੇ। ਪਰ ਆਹ ਸੇਮ ਹੋ ਹੀ ਨਹੀਂ ਸਕਦੇ। ਜੇ ਆਹ ਦੋ ਸੇਮ ਨੇ ਤਾਂ ਆਹ ਪੱਕਾ ਦੋ ਸੇਮ ਹੋਣਗੇ, ਇਹ ਦੋ ਸੇਮ ਹੋ ਨਹੀਂ ਸਕਦੇ। ਕਿਉਂ ਨਹੀਂ ਹੋ ਸਕਦੇ? ਬਿਕੋਜ਼ ਇਹ ਗਰੁੱਪ ਦੇ ਐਲੀਮੈਂਟਸ ਨੇ ਅਤੇ ਗਰੁੱਪ ਵਿੱਚ ਕੀ ਨੇ? ਸਾਰੇ ਐਲੀਮੈਂਟ ਡਿਸਟਿੰਕਟ ਨੇ। ਇਹ ਅਲੱਗ-ਅਲੱਗ ਹੋਣਗੇ, ਸੇਮ ਨਹੀਂ ਹੈ ਗਰੁੱਪ ਦੇ ਵਿੱਚ। ਇਸ ਕਰਕੇ ਦੇਅਰਫੋਰ ਆਪਾਂ ਨੇ ਕੀ ਕੀਤਾ? ਆਪਾਂ ਨੇ ਸਪੋਜ਼ ਕਰ ਲਿਆ ਕਿ ਕੋਈ ਦੋ ਐਲੀਮੈਂਟ ਸੇਮ ਹੋਣਗੇ, ਉਹਨੂੰ ਗਲਤ ਸ਼ੋਅ ਕਰਤਾ। ਇਹਦਾ ਮਤਲਬ ਕੀ ਬਣ ਗਿਆ ਕਿ ਆਪਣੇ ਕੋਲ ਫਿਰ ਕੋਈ ਵੀ ਦੋ ਐਲੀਮੈਂਟ ਸੇਮ ਨਹੀਂ ਹੋਣਗੇ, ਕਿਉਂਕਿ ਜੇ ਮੰਨਾਂਗੇ ਸੇਮ ਤਾਂ ਗਲਤ ਹੋ ਜਾਏਗਾ, ਮਤਲਬ ਕੋਈ ਵੀ ਦੋ ਐਲੀਮੈਂਟ ਸੇਮ ਨਹੀਂ ਹੋਣਗੇ। ਦੇਅਰਫੋਰ ਸਾਰੇ ਐਲੀਮੈਂਟ ਕੀ ਹੋਣਗੇ? ਪੱਕਾ ਇਸ ਕੇਸ 'ਚ ਡਿਸਟਿੰਕਟ ਹੋਣਗੇ। ਦੇਅਰਫੋਰ all elements of S are distinct। ਹੁਣ ਇਹਦੀ ਕਿਉਂ ਲੋੜ ਸੀ ਆਪਾਂ ਨੂੰ? ਹੁਣ ਇਹਦੀ ਕਾਊਂਟਿੰਗ ਕਰ ਸਕਦੇ ਕਿ ਸਾਰੇ ਐਲੀਮੈਂਟ ਅਲੱਗ-ਅਲੱਗ ਨੇ, ਤਾਂ ਕਹਿ ਸਕਦੇ ਹਾਂ ਆਪਾਂ ਦੇਅਰਫੋਰ ਆਰਡਰ ਆਫ S ਕਿੰਨਾ ਆ ਗਿਆ ਆਪਣੇ ਕੋਲ? ਇਹ n ਆ ਗਿਆ, ਇਕੁਅਲ ਟੂ ਕੀ ਹੈਗਾ? ਆਰਡਰ ਆਫ G। ਇਹਨੂੰ ਆਪਾਂ ਨੰਬਰਿੰਗ 2 ਪਾਉਂਦੇ। ਇਹ ਦੁਬਾਰਾ ਦੇ ਲਓ ਕਿਵੇਂ ਕੀਤਾ? ਕੰਟਰਡਿਕਸ਼ਨ ਮੈਥਡ ਲਾਇਆ ਆਪਾਂ ਨੇ ਸ਼ੋਅ ਕਰਨਾ ਸੀਗਾ ਜੀ ਕਿ ਸਾਰੇ ਡਿਸਟਿੰਕਟ ਹੋਣਗੇ। ਸਪੋਜ਼ ਕਰੋ ਉਲਟਾ। ਕੰਟਰਡਿਕਸ਼ਨ ਮੈਥਡ ਕੀ ਹੁੰਦਾ? ਜਿਹੜੀ ਚੀਜ਼ ਪ੍ਰੂਵ ਕਰਨੀ ਤਾਂ ਉਲਟਾ ਮੰਨ ਲਈਦਾ ਹੁੰਦਾ। ਮੈਂ ਸਾਰੇ ਡਿਸਟਿੰਕਟ ਨਹੀਂ ਹੈਗੇ, ਜੇ ਸਾਰੇ ਡਿਸਟਿੰਕਟ ਨਹੀਂ ਹੈਗੇ ਤਾਂ ਕੋਈ ਦੋ ਤਾਂ ਸੇਮ ਹੋਣਗੇ। ਜਿਵੇਂ ਦੇਖੋ ਤੁਹਾਨੂੰ ਕਹਾਂ ਕਿ ਇੱਥੇ ਸਾਰੇ ਡਿਸਟਿੰਕਟ ਨੇ, ਤੁਸੀਂ ਕਹੋਗੇ ਨਹੀਂ। ਕਿਉਂ? ਕਿਉਂਕਿ ਆਹ ਦੋ ਸੇਮ ਹੈਗੇ ਨੇ। ਫਿਰ ਤੁਹਾਨੂੰ ਕਹਾਂ ਕਿ ਇਹ ਸਾਰੇ ਡਿਸਟਿੰਕਟ ਨੇ, ਅਲੱਗ-ਅਲੱਗ ਨੇ, ਤੁਸੀਂ ਕਹੋਗੇ ਨਹੀਂ ਜਾਂ ਦੋ ਸੇਮ ਹੈਗੇ ਤਾਂ ਹੈਗੇ ਨੇ। ਜੇ ਆਪਾਂ ਕਹਿਤਾ ਕਿ ਸਾਰੇ ਡਿਸਟਿੰਕਟ ਨਹੀਂ ਹੈਗੇ, ਕੰਟਰਡਿਕਸ਼ਨ ਮੈਥਡ ਆ ਉਲਟਾ ਸਪੋਜ਼ ਕਰਾਂਗੇ ਕਿ ਮੰਨ ਲਓ ਡਿਸਟਿੰਕਟ ਨਹੀਂ ਹੈਗੇ ਤਾਂ ਕੋਈ ਦੋ ਸੇਮ ਹੋਣਗੇ, ਕੋਈ ਦੋ ਸੇਮ ਮੰਨ ਲਏ। ਜੇ ਆਹ ਦੋ ਸੇਮ ਹੋਣਗੇ ਪ੍ਰੂਵ ਕਰਤਾ ਕਿ ਆਹ ਵੀ ਦੋ ਸੇਮ ਹੋਣਗੇ। ਜੇ ਆਹ ਦੋ ਸੇਮ ਨੇ ਇਹਨਾਂ ਕੋਰਸਪੋਂਡਿੰਗ ਆਹ ਦੋ ਸੇਮ ਹੋਣਗੇ, ਪਰ ਆਹ ਸੇਮ ਹੋ ਹੀ ਨਹੀਂ ਸਕਦੇ ਕਿਉਂਕਿ ਸਾਰੇ ਆਪਾਂ ਡਿਸਟਿੰਕਟ ਮੰਨਣੇ। ਡਿਸਟਿੰਕਟ ਕਿਉਂ ਮੰਨਣੇ? ਬਿਕੋਜ਼ ਆਰਡਰ ਕੀ ਆ? n। ਕਾਊਂਟਿੰਗ ਕੀਤੀ ਆ ਨਾ ਆਪਾਂ ਨੇ। ਕਾਊਂਟਿੰਗ ਤਾਂ ਹੀ ਹੋਊਗੀ ਜੇ ਡਿਸਟਿੰਕਟ ਹੋਣਗੇ। ਇਹ ਕਾਊਂਟਿੰਗ ਕੀਤੀ ਹੋਈ ਆ ਆਪਾਂ ਨੇ, ਇਸ ਕਰਕੇ ਗਲਤ ਹੋ ਗਿਆ। ਫਿਰ ਜੋ ਆਪਾਂ ਸਪੋਜ਼ ਕੀਤਾ ਸੀ, ਕੀ ਸਪੋਜ਼ ਕੀਤਾ ਸੀ ਕਿ ਡਿਸਟਿੰਕਟ ਨਹੀਂ ਹੈਗੇ, ਕੋਈ ਦੋ ਸੇਮ ਕਰਤੇ ਆਪਾਂ ਨੇ, ਉਹ ਗਲਤ ਹੋ ਗਈ।
देयरफॉर जी नॉट पॉसिबल हो गया, पॉसिबल नहीं हो सकता, इस करके फिर एस एलीमेंट ऑफ एस की होणगे सारे डिस्टिंक्ट। जे डिस्टिंक्ट होणगे फिर आप ऑर्डर ऑफ एस कह सकते कि एलीमेंट कितने ने एन ने, ऑर्डर ऑफ जी कितना वो भी एन, दोनों नंबर ऑफ एलीमेंट्स बराबर ने, एस सबसेट ऑफ जी है तो फ्रॉम 1 and 2 दोनों गल्लां देख के आप कह सकते हैं ਇਹਦੇ एलीमेंट सारे ਇਹਦੇ ਵਿੱਚ ਪਏ ਨੇ, एस ਦੇ एलीमेंट सारे जी ਵਿੱਚ ਪਏ ਨੇ ਅਤੇ जिन्ने एस ਵਿੱਚ एलीमेंट ने उन्ने ही जी ਵਿੱਚ एलीमेंट ने। देयरफॉर from 1 and 2 S equals to G, ये दोनों बराबर हो गए। सो सारा देख लियो ध्यान नाल जी, अगे चलते हैं आप। तो S equal to G करने का की फायदा होया, मैं साइड ते लिख रहा जी। G की सीगा इत्थे नाल ही पाने आप, आलसो जी की सी अपने कोल जी A1 A2 A3 अप टू सोन AN, ਅਤੇ S की सीगा अपने कोल A1 A A2 A A3 A अप टू सोन AN A ਦਿੱਤਾ ਹੋਇਆ ਆਪਾਂ ਨੂੰ। ਹੁਣ ਇਹ ਦੋਨੇ ਸੈੱਟ ਬਰਾਬਰ ਨੇ। ਹੁਣ ਜੇ ਦੋ ਸੈੱਟ ਬਰਾਬਰ ਕਦੋਂ ਹੁੰਦੇ ਨੇ, ਟੂ ਸੈੱਟ ਇਕੁਅਲਸ ਤਾਂ ਹੁੰਦੇ ਨੇ ਜੇ ਉਹਨਾਂ ਦੇ ਐਲੀਮੈਂਟ ਸਾਰੇ ਬਰਾਬਰ ਹੋਣ। ਜਿਵੇਂ A ਆਪਾਂ ਲੈ ਲਿਆ 1 2 3, B ਆਪਾਂ ਲੈ ਲਿਆ 2 3 1। ਜਦੋਂ ਆਪਾਂ ਸੈੱਟ ਨੂੰ ਲਿਖਣਾ ਹੁੰਦਾ ਹੈਗਾ ਇਹ 'ਚ ਕੋਈ ਕੰਪਲਸ਼ਨ ਨਹੀਂ ਹੁੰਦੀ ਕਿ ਆਪਾਂ ਐਲੀਮੈਂਟ ਸਾਰੇ ਅਸੈਂਡਿੰਗ ਆਰਡਰ ਜਾਂ ਡਿਸੈਂਡਿੰਗ ਆਰਡਰ 'ਚ ਪਾਉਣੇ, ਮਤਲਬ ਕਿ ਪਹਿਲਾਂ ਛੋਟਾ ਵੱਡਾ ਵੱਡਾ ਜਾਂ ਪਹਿਲਾਂ ਵੱਡਾ ਛੋਟਾ ਛੋਟੇ ਪਾਉਣਾ ਐਲੀਮੈਂਟ ਆਪਾਂ ਜਿਸ ਤਰ੍ਹਾਂ ਮਰਜ਼ੀ ਪਾ ਸਕਦੇ ਹਾਂ। ਆ ਵੀ ਸਹੀ ਹੈ ਸੈੱਟ, ਆ ਵੀ ਸਹੀ ਹੈ ਕਿ ਦੋਨੇ ਸੈੱਟ ਬਰਾਬਰ ਨੇ, ਹਾਂਜੀ ਬਰਾਬਰ ਨੇ, ਕਿਉਂਕਿ ਇਹਦੇ ਵਿੱਚ ਵੀ 1 ਹੈਗਾ 2 ਹੈਗਾ 3 ਸਾਰੇ ਐਲੀਮੈਂਟ ਆਪਸ 'ਚ ਸੇਮ ਨੇ। ਸੈੱਟ ਬਰਾਬਰ ਇੱਦਾਂ ਹੁੰਦੇ ਨੇ, ਇੱਦਾਂ ਨਹੀਂ ਕਿ ਕੋਰਸਪੋਂਡਿੰਗ ਐਲੀਮੈਂਟ ਕਿਹੜੇ ਹੁੰਦੇ ਨੇ, ਪਹਿਲਾ ਪਹਿਲੇ ਬਰਾਬਰ ਹੋਵੇ, ਦੂਜਾ ਦੂਜੇ ਬਰਾਬਰ ਹੋਵੇ, ਤੀਜਾ ਤੀਜੇ ਬਰਾਬਰ ਹੋਵੇ। ਕੋਰਸਪੋਂਡਿੰਗ ਐਲੀਮੈਂਟ ਸੇਮ ਨਹੀਂ ਚਾਹੀਦੇ ਹੁੰਦੇ ਆਪਾਂ ਨੂੰ, ਕੋਰਸਪੋਂਡਿੰਗ ਐਲੀਮੈਂਟ ਸੇਮ ਨਹੀਂ ਚਾਹੀਦੇ ਹੁੰਦੇ ਆਪਾਂ ਨੂੰ, ਸਾਰੇ ਐਲੀਮੈਂਟ ਸੇਮ ਚਾਹੀਦੇ ਹੁੰਦੇ ਜਿਸ ਤਰ੍ਹਾਂ ਮਰਜ਼ੀ ਪਏ ਹੋਣ। ਉਹਨਾਂ ਦੀ ਪੋਜੀਸ਼ਨ ਇਹ ਤੀਜੇ ਨੰਬਰ 'ਤੇ ਪਿਆ ਹੈਗਾ, ਪਹਿਲੇ ਨੰਬਰ 'ਤੇ ਪਿਆ, ਉਹਨੇ ਪੋਜੀਸ਼ਨ ਜਿਹੜੀ ਹੈਗੀ ਸੇਮ ਨਹੀਂ ਚਾਹੀਦੀ ਆਪਾਂ ਨੂੰ। ਹੁਣ ਇਹ ਸੈੱਟ ਪੱਕਾ ਬਰਾਬਰ ਨੇ ਤਾਂ ਇਹ ਵਾਲਾ ਐਲੀਮੈਂਟ ਜਿਹੜਾ ਹੈਗਾ ਕਿਸੇ ਇੱਕ ਦੇ ਬਰਾਬਰ ਹੋਊਗਾ, ਇਹ ਪਤਾ ਨਹੀਂ ਪਰ ਆਪਾਂ ਨੂੰ ਇਹ ਸਾਰੇ ਐਲੀਮੈਂਟ ਸੇਮ ਹੋਣਗੇ ਆਪਸ 'ਚ। ਇਹ ਨਹੀਂ ਕਨਫਰਮ ਕਿ ਪਹਿਲਾ ਪੱਕਾ ਪਹਿਲੇ ਬਰਾਬਰ ਹੋਊਗਾ, ਹੋ ਵੀ ਸਕਦਾ ਪਹਿਲਾ ਪਹਿਲੇ ਬਰਾਬਰ ਵੀ ਹੋ ਸਕਦਾ, ਦੂਜਾ ਦੂਜੇ ਬਰਾਬਰ, ਪਹਿਲਾ ਦੂਜੇ ਬਰਾਬਰ ਵੀ ਹੋ ਸਕਦਾ, ਪਹਿਲਾ ਤੀਜੇ ਬਰਾਬਰ ਵੀ ਹੋ ਸਕਦਾ। ਮਤਲਬ ਕਿ ਇਹ ਕਨਫਰਮ ਹੈ ਕਿ ਇਹ ਵਾਲਾ ਕਿਸੇ ਇੱਕ ਦੇ ਬਰਾਬਰ ਹੋਊਗਾ, ਇਹ 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 ਆਪਾਂ ਨੂੰ ਪਤਾ। ਇਸ ਤੋਂ ਬਾਅਦ ਲਿਖ ਰਹੇ ਹਾਂ देयरफॉर ਲੈਟ ਕਰ ਰਹੇ ਹਾਂ ਆਪਾਂ, ਲੈਟ B ਬਿਲੋਂਗਸ ਟੂ G। ਇਹਦੇ ਵਿੱਚੋਂ ਕੋਈ B ਐਲੀਮੈਂਟ ਲਿਆ, ਇਹਦੇ ਵਿੱਚ ਕਿਤੇ B ਹੈ, ਪਹਿਲਾਂ ਵਾਂਗੂ ਹੈ B A1 ਵੀ ਹੋ ਸਕਦਾ, A2 ਵੀ ਹੋ ਸਕਦਾ, A3 ਕੋਈ ਵੀ B ਲੈ ਲਿਆ ਆਪਾਂ ਨੇ, ਇਹਦੇ ਵਿੱਚ ਕਿਤੇ B ਹੈ। ਦੈਨ ਆਹ ਦੇਖਿਓ देयर एग्जिस्ट AL belongs to G such that, देखियो ध्यान कि AL into A equals to B, ये गल देख लो ये किवें आ। जे B अपने कोल G विच आ अपने क्या कि ये बराबर होणगे सारे, ਇਹਦੇ बराबर होगा ਜਾਂ ਇਹਦੇ बराबर होगा, ਇਹ ਕਿਸੇ ਇੱਕ ਦੇ ਬਰਾਬਰ ਹੋਊਗਾ, ਇਹ ਵੀ ਕਿਸੇ ਇੱਕ ਦੇ ਬਰਾਬਰ ਹੋਊ, ਜਿਸ ਤਰ੍ਹਾਂ ਮਰਜ਼ੀ ਕਹਿ ਲਓ, ਚਾਹੇ ਇਹਨੂੰ ਕਹਿ ਲਓ ਬਰਾਬਰ, ਚਾਹੇ ਇਹਨੂੰ ਕਹਿ ਲਓ ਬਰਾਬਰ। ਇਹ ਕਿਸੇ ਇੱਕ ਦੇ ਬਰਾਬਰ ਹੋਊਗਾ, ਪਤਾ ਨਹੀਂ ਕਿਹਦੇ ਬਰਾਬਰ ਹੋਊਗਾ, ਇਹ ਵੀ ਕਿਸੇ ਇੱਕ ਦੇ ਬਰਾਬਰ ਹੋਊਗਾ, ਪਤਾ ਨਹੀਂ ਕਿਹਦੇ ਬਰਾਬਰ ਹੋਊਗਾ ਜੀ। ਸਾਰੇ ਕਿਸੇ ਇੱਕ ਦੇ ਬਰਾਬਰ ਹੋਣਗੇ, ਇਹ ਵੀ ਤਾਂ ਕਿਸੇ ਇੱਕ ਦੇ ਬਰਾਬਰ ਹੋਊਗਾ ਇਹਨਾਂ ਵਿੱਚੋਂ। ਉਹ ਵੈਲਿਊ ਪਤਾ ਨਹੀਂ ਕਿਹੜੀ ਹੋਊਗੀ, ਉਹ ਵੈਲਿਊ ਆਪਾਂ ਮੰਨ ਲਈ ਕਿ ਉਹ ਕੀ ਹੋਊਗੀ AL into A, ਇਹ ਵਾਲਾ ਇਹਦੇ ਬਰਾਬਰ ਹੈ, ਕਿਸੇ ਇੱਕ ਦੇ ਬਰਾਬਰ ਹੋਊਗਾ। ਹੁਣ AL ਕੀ ਚੋਂ ਲਿਆ ਆਪਾਂ ਨੇ, ਗੌਰ ਨਾਲ ਦੇਖ ਲਓ ਜੀ। ਇਹ ਸਾਰਿਆਂ ਨੂੰ ਆਪਾਂ ਨੇ A1 A2 A3 AN, ਇਹ ਸਾਰਿਆਂ ਨੂੰ ਆਪਾਂ A ਨਾਲ ਮਲਟੀਪਲਾਈ ਕੀਤਾ, ਪੋਸਟ ਮਲਟੀਪਲਾਈ ਕੀਤਾ A ਨਾਲ,
ਤਾਂ ਪਹਿਲੇ ਐਲੀਮੈਂਟ ਸਾਰੇ ਕਿਹਦੇ ਵਿੱਚੋਂ ਲਏ ਸੀ, ਜੀ ਚੋਂ ਹੀ ਲਏ ਸੀ ਆਪਾਂ। A1 ਇੱਥੋਂ A1 ਆਇਆ, ਫਿਰ ਇਹਨੂੰ ਮਲਟੀਪਲਾਈ ਕੀਤਾ ਸੀ, ਫਿਰ ਇਹਨੂੰ ਮਲਟੀਪਲਾਈ ਕੀਤਾ ਸੀ, ਇਹਨੂੰ ਮਲਟੀਪਲਾਈ ਕੀਤਾ। ਤਾਂ ਪਹਿਲੇ ਐਲੀਮੈਂਟ ਸਾਰੇ ਜੀ ਵਿੱਚ ਨੇ, ਇਸ ਕਰਕੇ ਦੇयर ਐਗਜ਼ਿਸਟ AL ਪੱਕਾ ਜੀ 'ਚ ਹੋਊਗਾ ਕਿ ਇਹ ਬਰਾਬਰ ਹੋਣਗੇ। ਠੀਕ ਹੈ, ਬਰਾਬਰ ਪੱਕਾ ਹੋਊਗਾ ਇਹ ਹੁਣੀ ਪ੍ਰੂਵ ਕੀਤਾ ਕਿ ਸੈੱਟ ਇਕੁਅਲ ਨੇ, ਇਹਦੇ ਐਲੀਮੈਂਟ ਪੱਕਾ ਬਰਾਬਰ ਹੋਊ ਕਿਸੇ ਇੱਕ ਦੇ। ਹੁਣ ਦੇਖੋ ਕੀ ਇਹ ਕਿਸੇ ਇੱਕ ਦੇ ਬਰਾਬਰ ਹੋਊਗਾ। ਮੈਂ ਦੁਬਾਰਾ ਐਗਜ਼ਾਮਪਲ ਲੈ ਰਿਹਾ, ਇਹ ਕਨਸੈਪਟ ਸਮਝਾਉਣ ਵਾਲਾ ਜੀ, ਇਹ ਸਮਝਾਉਣ ਵਾਲਾ ਹੈ ਥੋੜ੍ਹਾ ਜਿਹਾ। ਜਿਵੇਂ ਇਹ B ਆ, ਇਹ ਦੋ ਆਪਾਂ ਸੈੱਟ ਆਪਾਂ ਕਿਹਾ ਹੋਣੀ ਹੈ ਨਾ ਕਿ ਇਹ ਦੋ ਸੈੱਟ ਕੀ ਨੇ ਆਪਸ 'ਚ ਇਕੁਅਲ ਨੇ। ਜੇ ਇਕੁਅਲ ਨੇ ਤਾਂ ਇਹ ਵਾਲਾ ਐਲੀਮੈਂਟ ਇਹਦੇ ਬਰਾਬਰ ਹੋਊਗਾ। ਜੇ ਦੋਨੇ ਸੈੱਟ ਇਕੁਅਲ ਨੇ ਤਾਂ ਇੱਕ ਐਲੀਮੈਂਟ ਇੱਕ ਦੇ ਬਰਾਬਰ ਹੀ ਆਊਗਾ। ਐਂ ਤਾਂ ਨਹੀਂ ਕਿ ਇੱਕ ਐਲੀਮੈਂਟ ਦੋ ਦੇ ਬਰਾਬਰ ਹੋ ਜੇ, ਇੱਦਾਂ ਤਾਂ ਨਹੀਂ ਹੋਣਾ ਆਪਣੇ ਕੋਲ। ਇੱਕ ਐਲੀਮੈਂਟ ਇੱਕ ਦੇ ਬਰਾਬਰ ਹੋਊਗਾ, ਇਹ ਵੀ ਇੱਕ ਐਲੀਮੈਂਟ ਇੱਕ ਦੇ ਬਰਾਬਰ ਹੋਊਗਾ, ਇਹ ਵੀ ਇੱਕ ਐਲੀਮੈਂਟ ਇੱਕ ਦੇ ਬਰਾਬਰ ਹੋਊਗਾ। ਮਤਲਬ B ਪੱਕਾ ਕਿਸੇ ਇੱਕ ਦੇ ਬਰਾਬਰ ਹੋਊਗਾ। ਇਹ ਇੰਪੋਰਟੈਂਟ, ਇਹ ਲੋੜ ਆ ਆਪਾਂ ਨੂੰ ਕਿ ਦੇयर ਐਗਜ਼ਿਸਟ ਯੂਨੀਕ, ਇਹ ਯੂਨੀਕ ਵਰਡ ਲੋੜ ਆ ਆਪਾਂ ਨੂੰ। ਯੂਨੀਕ ਕਿਉਂ ਕਿਹਾ ਕਿ ਕਿਸੇ ਇੱਕ ਦੇ ਬਰਾਬਰ ਹੋਊਗਾ ਵੀ, ਕਿ ਦੋਨੇ ਸੈੱਟ ਇਕੁਅਲ ਨੇ ਤਾਂ ਇੱਕ ਐਲੀਮੈਂਟ ਇੱਕ ਦੇ ਹੀ ਬਰਾਬਰ ਹੋਊਗਾ। ਇਹ ਪੱਕਾ ਵੈਲਿਊ ਇੱਕੋ ਹੋਏਗੀ, ਇੱਕ ਨੂੰ ਕਹਿੰਦੇ ਹੈਗੇ ਆਪਾਂ ਯੂਨੀਕ। ਤਾਂ ਇਹ ਸਾਰਾ ਕੀ ਬਣ ਗਿਆ, ਦੇਅਰਫੋਰ YA = B ਹੈਜ਼ ਯੂਨੀਕ ਸੋਲਿਊਸ਼ਨ AL। ਇਹ ਠੀਕ ਆ, ਵਰਡ ਆਪਾਂ ਇੱਦਾਂ ਲਿਖਿਆ, ਇਹ ਵਰਡ ਆਪਾਂ ਇੱਦਾਂ ਲਿਖਿਆ YA ਦਾ ਸੋਲਿਊਸ਼ਨ ਕੀ ਹੁੰਦਾ ਜਿਹੜਾ ਸੈਟਿਸਫਾਈ ਕਰੇ। ਕਿ ਇਹਨੂੰ ਸੈਟਿਸਫਾਈ ਨਹੀਂ ਕਰ ਰਿਹਾ ਹੈਗਾ, ਭਰ ਕੇ ਦੇਖੋ, ਜੇ ਭਰਾਂਗੇ ਤਾਂ ਕੀ ਬਣ ਜਾਊਗਾ, AL × A = B, ਆਈ ਚੀਜ਼ ਬਣ ਜਾਏਗੀ। ਸੋਲਿਊਸ਼ਨ ਕੀ ਹੁੰਦਾ ਇਕੁਏਸ਼ਨ ਆਪਾਂ ਆਪਣੇ ਵੱਲੋਂ ਬਣਾਈ ਆ ਕਿ YA = B ਹੈਜ਼ ਸੋਲਿਊਸ਼ਨ AL। ਜਿਹੜਾ ਸੋਲਿਊਸ਼ਨ AL ਆ, ਸੋਲਿਊਸ਼ਨ ਕਿਉਂ ਕਿਹਾ ਆਪਾਂ ਨੇ AL ਨੂੰ, ਕਿਉਂਕਿ AL ਇਸ ਨੂੰ ਸੈਟਿਸਫਾਈ ਕਰਦਾ। ਸੈਟਿਸਫਾਈ ਕਿਉਂ ਕਰੇਗਾ, ਬਿਕੋਜ਼ ਜੇ ਆਪਾਂ AL ਭਰਾਂਗੇ ਇਹਦੇ ਵਿੱਚ ਤਾਂ ਕੀ ਬਣ ਜਾਏਗਾ, AL × A = B। ਤਾਂ ਪ੍ਰੂਵ ਕੀਤਾ ਹੀ ਆਪਾਂ ਹੁਣੀ। ਜੇ ਪ੍ਰੂਵ ਕੀਤਾ ਹੈਗਾ ਤਾਂ ਇਹ ਇਕੁਏਸ਼ਨ ਦਾ ਸੋਲਿਊਸ਼ਨ ਹੈਗਾ। ਇਹ ਸੋਲਿਊਸ਼ਨ ਕਿੰਨੇ ਨੇ, ਯੂਨੀਕ, ਯੂਨੀਕ ਲਿਖਿਆ ਆਪਾਂ, ਤਾਂ ਸੋਲਿਊਸ਼ਨ ਕੀ ਆ ਗਿਆ ਇਹਦਾ, ਯੂਨੀਕ। ਤੇ ਇਹ ਸੋਲਿਊਸ਼ਨ ਕਿਹਦੇ ਵਿੱਚ ਮੰਨਿਆ ਆਪਾਂ ਨੇ, G ਦੇ ਵਿੱਚ, ਇਨ G। ਦੇਅਰਫੋਰ ਕੀ ਸ਼ੋ ਕਰਤਾ ਆਪਾਂ ਨੇ, ਦੇਅਰਫੋਰ YA = B ਹੈਜ਼ ਯੂਨੀਕ ਵੀ ਸ਼ੋ ਕਰਤਾ ਆਪਾਂ ਨੇ, ਸੋਲਿਊਸ਼ਨ ਵੀ ਸ਼ੋ ਕਰਤਾ, ਤੇ ਸੋਲਿਊਸ਼ਨ G 'ਚ ਲੈ ਆਉਂਦਾ। YA = B ਹੈਜ਼ ਯੂਨੀਕ ਸੋਲਿਊਸ਼ਨ ਇਨ G। ਇਹ ਯੂਨੀਕ ਸੋਲਿਊਸ਼ਨ ਬਣ ਗਿਆ G ਦੇ ਵਿੱਚ। ਹੁਣ ਧਿਆਨ ਦਿਓ, A ਕੀ ਮੰਨਿਆ ਸੀ ਆਪਾਂ, ਲੈਟ A ਬਿਲੋਂਗਸ ਟੂ G। ਇਹ ਕੋਈ ਵੀ ਹੋ ਸਕਦਾ, ਇਹ ਆਰਬਿਟਰੀ ਪਾਇਆ, ਫੋਰ ਸਾਹਮਣੇ ਪਾਇਆ, ਜੇ ਪਹਿਲਾਂ ਲਿਖਿਆ ਸੀ ਆਪਾਂ ਫੋਰ ਸਾਹਮਣੇ ਪਾਇਆ ਸੀ ਆਪਾਂ ਨੇ। ਇਹ ਕੁਛ ਵੀ ਲੈ ਸਕਦੇ ਆਪਾਂ, ਇਹ ਕੁਛ ਵੀ ਹੋ ਸਕਦਾ, ਉਰੇ B ਕੋਈ ਵੀ ਐਲੀਮੈਂਟ ਲਿਆ ਇਹਦੇ ਵਿੱਚੋਂ, ਇਹ ਵੀ ਕੋਈ ਮਰਜ਼ੀ ਹੋ ਸਕਦਾ, ਇਹ ਵੀ ਕੋਈ ਮਰਜ਼ੀ ਹੋ ਸਕਦਾ। ਤਾਂ ਆਪਾਂ ਕਹਾਂਗੇ ਕਿ ਫੋਰ ਆਲ AB ਬਿਲੋਂਗਸ ਟੂ G ਆ। ਜੇ ਸਟੇਟਮੈਂਟ ਧਿਆਨ ਦੇ ਵਿੱਚ ਹੋਵੇ, ਸਟੇਟਮੈਂਟ ਜਿਹੜੀ ਆਹ ਸੋਲਿਊਸ਼ਨ ਵਾਲੀ ਹੈਗੀ ਆ, ਉਹਦੇ ਵਿੱਚ ਆਪਾਂ ਨੂੰ ਸੋਲਿਊਸ਼ਨ ਦਾ, ਇਹ ਇਕੁਏਸ਼ਨ ਦਾ ਸੋਲਿਊਸ਼ਨ ਯੂਨੀਕ ਚਾਹੀਦਾ ਹੁੰਦਾ, G ਚਾਹੀਦਾ ਹੁੰਦਾ, ਫੋਰ ਆਲ AB ਬਿਲੋਂਗਸ ਟੂ G, ਇਹ ਸਾਰੀ ਗੱਲਾਂ ਚਾਹੀਦੀਆਂ ਹੁੰਦੀਆਂ। ਸੋ ਦੇਖੋ ਧਿਆਨ ਨਾਲ, ਇਹ ਆਪਣਾ ਇੱਦਾਂ ਪ੍ਰੂਵ ਕਰਨਾ ਸੀਗਾ ਜੀ। ਇਹ ਹੁਣ ਅੱਧਾ ਪਾਰਟ ਹੋਇਆ ਸੀ ਉਹਦਾ। ਅੱਧਾ ਪਾਰਟ ਕਿਉਂ ਹੋਇਆ, ਬਿਕੋਜ਼ ਆਪਾਂ ਨੇ ਇਕੁਏਸ਼ਨਾਂ ਦੋ ਪ੍ਰਕਾਰ ਦੀਆਂ ਸੀ, ਇੱਕ YA = B, ਇੱਕ AX = B। ਇਹ ਦੋਨਾਂ ਦਾ ਸੋਲਿਊਸ਼ਨ, ਇਹਦਾ ਸੋਲਿਊਸ਼ਨ ਵੀ ਯੂਨੀਕ ਆ ਰਿਹਾ, ਇਹਦਾ ਵੀ ਯੂਨੀਕ ਆ ਰਿਹਾ ਹੈਗਾ G ਦੇ ਵਿੱਚ, ਫੋਰ ਆਲ AB ਬਿਲੋਂਗਸ ਟੂ G। ਇਹ ਦੋਨੇ ਗੱਲਾਂ ਹੋਣਗੀਆਂ ਤੇ G ਸੈਮੀ ਗਰੁੱਪ ਹੋਊਗਾ ਹੈਗਾ, ਫਿਰ ਆਪਾਂ ਕਹਾਂਗੇ ਗਰੁੱਪ ਬਣੇਗਾ, ਫਿਰ ਆਪਾਂ ਕਹਾਂਗੇ ਕਿ ਗਰੁੱਪ ਬਣੇਗਾ। ਹੁਣ ਦੂਜਾ ਪਾਰਟ ਬਿਲਕੁਲ ਸੇਮ ਇੱਦਾਂ ਹੀ ਆ। ਹੁਣ ਥੋੜ੍ਹਾ ਜਿਹਾ ਪਿਛਲਾ ਕਨਸੈਪਟ ਦੱਸਣਾ ਹੈਗਾ, ਦੂਜੇ ਪਾਰਟ ਸ਼ੁਰੂ ਕਰਦੇ ਹਾਂ। ਹੁਣ ਸਟਾਰਟਿੰਗ ਗੱਲ ਕਹੀ ਸੀਗੀ ਕਿ ਆਪਾਂ ਲੈਟ ਕੀਤਾ ਸੀਗਾ AG ਵਿੱਚ, ਇੱਥੇ ਆਪਾਂ S ਸੈੱਟ ਬਣਾਇਆ ਸੀ, ਇਹਨੂੰ ਪੋਸਟ ਮਲਟੀਪਲਾਈ ਕੀਤਾ ਸੀ A ਨਾਲ। ਹੁਣ ਇਹ ਕਿਵੇਂ ਧਿਆਨ ਰੱਖਾਂਗੇ, ਪੋਸਟ ਮਲਟੀਪਲਾਈ ਕਰਨਾ ਹੈਗਾ A ਨਾਲ, ਇਹ ਇੱਥੇ ਪਹੁੰਚਣਾ ਸੀ ਆਪਾਂ ਨੇ, ਮਤਲਬ ਇੱਥੇ ਪਹੁੰਚਣਾ ਆਪਾਂ ਨੇ। ਤਾਂ ਸਾਰੀ ਗੱਲ ਧਿਆਨ ਦੇ ਵਿੱਚ ਸੀਗੀ ਕਿ ਪਿੱਛੇ A ਲੈ ਕੇ ਆਉਣਾ ਆਪਾਂ ਨੇ ਨਾ, ਜੇ ਪਿੱਛੇ A ਲੈ ਕੇ ਆਉਣਾ ਹੈਗਾ ਤਾਂ ਪੋਸਟ ਮਲਟੀਪਲਾਈ ਕਰਨਾ ਪੈਣਾ A ਨੂੰ।
पोस्ट मल्टीप्लाई करना पैना हैगा तो ये बराबर करने एलीमेंट्स बराबर तां होणगे जे सैट बराबर होणगे। ये सैट बराबर कितने सीगे, सैट बराबर किवें होणगे, सबसैट होवे इहदा, दूजी गल नंबर ऑफ एलीमेंट सेम होण। हुण नंबर ऑफ एलीमेंट सेम किवें होणगे, जदों ये सारे डिस्टिंक्ट, फिर डिस्टिंक्ट प्रूव कीते सी आपां सारे, वो आपे लिंक बन जाना हैगा। हुण दूजा पार्ट देखो, जे आपां AX इक्वल टू B शो करना, हुण शायद दिमाग 'च गल आ गई होवे, हुण A अगे चाहिए तो दोबारा शुरू करें क्वेश्चन, आप एक सैट बनावांगे, उरे तो पोस्ट मल्टीप्लाई किया सी A नाल, उहनूं आपां प्री मल्टीप्लाई करांगे A नाल, वो आपां फिर ना प्रॉपर नहीं लिखांगे, सीधा शॉर्टकट जा मारांगे, क्योंकि एक पार्ट आपां कर चुके हैं। इस करके थ्योरम दे विच जो पेपर 'च लिखना हैगा, जिवें लिखवा रहे हैगा उवें लिख लिओ, पूरा लिखण दी लोड़ नहीं हैगी। नाउ कंसीडर टी सैट बनाया किवें A1 A2 A3 AN। हेयर पहला मांगूंगा सारा, मैं लिख रहा फटाफट। हेयर T सबसैट ऑफ G बाय क्लोजर प्रॉपर्टी, क्योंकि प्री मल्टीप्लाई किया, ये भी G का एलीमेंट है, भी G का एलीमेंट है, मल्टीप्लाई करांगे सारा G विच ही आऊगा। आलसो हुण ये काउंटिंग करनी है, फिर ये डिस्टिंक्ट शो करांगे। कंसीडर इफ पॉसिबल suppose that AAI is equals to AAJ, I not equal to J। ये गल ध्यान रखनी है, काफ़ी अगे आउणगियां। फिर इनू आपां लिख देवांगे AI इंटू AJ। ये क्यों आया, लैफ्ट तो कैंसल किया हैगा, इनू कहांगे आपां लैफ्ट कैंसलेशन लॉ, ये लैफ्ट कैंसलेशन लॉ होगा। विच इज़ नॉट पॉसिबल, ये सारे डिस्टिंक्ट बनने आपां, उवें आ गया विच इज़ not possible because G has distinct elements, therefore T has, पहला मांगूंगा सारा उवें चल रहा है, डिस्टिंक्ट एलीमेंट्स, देयरफॉर टी दे विच नंबर ऑफ एलीमेंट कितने हो गए, ये सारे डिस्टिंक्ट शो करते अपन, हम काउंटिंग कर सकते हैं। चलो काउंटिंग करिए आप, यदि एन होएगी, ये G बराबर आ, इनू नंबरिंग 3 पा लो, ये नंबरिंग 4, देयरफॉर फ्रॉम 3 and 4 T इक्वल्स टू G, ये बराबर हो गए सेट। जो मैं इधर पा रहा साइड पे, G की सी अपने को A1 A2 अप टू सो A। चलो मैं लैट कर लिया, इस तो बाद इधर आऊगा जी, लैट कर लिया आप B बिलोंग्स टू G आ, ये कितने B मन्निया उवें है, ये किस एक के बराबर होगा, उन्होंने की मान लिया अपने A के किस एक के बराबर होगा जी। then देर एग्जिस्ट यूनीक, इको वैल्यू होगी, पहला मांगूंगा यूनीक K बिलोंग्स टू G, A K बिलोंग्स टू G सच दैट A K इक्वल्स टू B, देयरफॉर AX इक्वल टू B हैज़ यूनीक, पहला मांगूंगा सारा सोल्यूशन इन G, यूनीक सोल्यूशन पाई लो, जो यूनीक सोल्यूशन केड़ा मन्निया अपने, यूनीक सोल्यूशन मन्निया हैगा A के इन G।
इधर पा रहे therefore ax equal to b has unique solution in G। ए भी जो मर्जी हो सकता जी, बी भी जो मर्जी हो सकता, फॉर ऑल ए बी बिलोंग्स टू जी। देयरफॉर की शो करता अपने, देयरफॉर जी इज़ अ सैमी ग्रुप, ये तो गिवन ही सीगा। एंड और की शो किया अपने, एंड ए एक्स इक्वल टू बी कॉमा वाई ए इक्वल्स टू बी हैव unique solution in G for all AB belongs to G। therefore G is a group। यही ਆਪਾਂ ਨੇ प्रूव करना ਸੀ। सो ये थ्योरमां तो प्रूफ तो करने स्टेटमेंटा भी ध्यान रखो, स्टेटमेंटा यूज़ होणगियां काफ़ी इन्हां दियां, जिवें उरे आ स्टेटमेंट आपां यूज़ की हैगी। चलो ठीक है जी, इनू कला कला स्टैप ध्यान नाल लिख लियो, तो फिर तुहानूं प्रॉपर समझ आ जाऊगी। जे कोई प्रॉब्लम फिर भी आ गई तो तुसीं WhatsApp ग्रुप पर शेयर कर लियो। थैंक यू।